ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਰਾਗ ਸੋਰਠ ਮਹੱਲਾ ਪਹਿਲਾ। ਕਰ ਪਹਿਲਾ। ਸਭਨਾ ਮਰਣਾ ਆਇਆ ਵਿਛੋੜਾ ਸਭਨਾ ਪੁੱਛ ਹੋ ਜਾਏ ਸਿਆਣਿਆਂ ਆਗੇ ਮਿਲਨ ਕਿੰਨਾ। ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾ ਈਸਾ ਲਾਹਿਓ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾਉ। ਵੱਡਾ ਕਰਸਾ ਲਾਹਣਾ ਹੈ ਭੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ। ਜੋ ਤਿਸ ਭਾਵੈ ਸੋ ਥੀਐ ਰੰਨ ਕੇ ਰੁੰਨੈ ਹੋਏ। ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਏ ਜੋ ਅਸਮਾਨ ਨ ਮਾਵਨੀ ਤਿੰਨ ਨਕ ਨੱਥਾਂ ਪਾਏ। ਜੇ ਮਨ ਜਾਣੇ ਸੂਲੀਆਂ ਤਾਂ ਕਾਹੇ ਮਿੱਠਾ ਖਾਏ। ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਅੱਗੇ ਗਏ ਨ ਮੰਨੀਆਂ ਮਾਰ ਕੱਢੋ ਵੇ ਪੀਰ। ਫਰੀਦਾ ਕਿੱਥੇ ਤੈਂਦੇ ਮਾਪਿਆ ਜਿੰਨੀ ਤੂੰ ਜਣਿਓ ਹੈ ਤੈਂ ਪਾਸੋਂ ਓਏ ਲੱਦ ਗਏ। ਤੂੰ ਅਜੇ ਨਾ ਪਤੀਣੋ ਫਰੀਦਾ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਜਨੋ ਅਚਿੰਤੇ ਬਾਜ
ਪਏ, ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿਤ ਨ ਚੇਤੇ ਸਨ, ਸੋ ਗਾਨੀ ਰੱਬ ਕੀਆਂ। ਸਾਡੇ ਤ੍ਰੈ ਮਨ ਦੇ ਹੋਰੀ, ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ, ਵਤ ਆਸੂਣੀ ਬੰਨ। ਮਲਕਲ ਮੌਤ ਜਾਂ ਆਵਸੀ, ਸਭ ਦਰਵਾਜੇ ਪੰਨ। ਤਿੰਨਾਂ ਪਿਆਰਿਆਂ ਭਾਈਆਂ, ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ। ਹਰੀ ਦਾ ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹਿ ਆਏ ਕੰਮ ਫਰੀਦਾ। ਅਮਲ ਜੇ ਕੀਤੇ ਦੁਨੀ ਵਿੱਚ, ਸੇ ਦਰਗਹਿ ਆਏ ਕੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ, ਹਾਜ਼ਰ ਹਜੂਰ ਜਾਹਰ ਜਹੂਰ। ਚਵਰ ਤਖਤ ਛਤਰ ਦੇ ਮਾਲਕ, ਮੁਜੱਸ਼ਮਾਏ ਆਬੇ ਹਯਾਤ ਵਾਲੀਏ ਕੁੱਲ ਕਾਇਨਾਤ। ਸਮੁੱਚੀ ਕਾਇਨਾਤ ਦੇ ਮਹਾਨ ਰਹਿਬਰ, ਇਸ ਜਗਤ ਦੇ ਭਰਨ ਪੋਖਣਹਾਰ ਦਾਤਾ ਜੀ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਮੁਕੱਦਸ ਚਰਨਾਂ ਦੇ ਵਿੱਚ ਹਾਜ਼ਰੀ ਹੋ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਹੇਤ ਬੈਠੇ ਹੋਂ। ਗੁਰੂ ਪਿਤਾ ਦੀ ਹਦਾਇਤ ਹੈ, ਜੋ ਸਿੱਖਾਂ ਵਾਸਤੇ ਹੁਕਮ ਹੈ ਕਿ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦੇ ਹੋ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਐ, ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਅਰਸਰ ਪਾਵੇ। ਜਿੰਨੇ ਵੀ ਗੁਰਮਤਿ ਦੇ ਅਨੁਸਾਰ ਕਰਮ ਆਪਾਂ ਕਰਨੇ ਨੇ, ਪ੍ਰਾਣੀ ਦੇ ਜਾਣ ਤੋਂ ਉਪਰੰਤ, ਜੋ ਗੁਰਮਤਿ ਦੀ ਸਿੱਖ ਸਕੂਲ ਆਫ ਥਾਊਟ ਜੋ ਸਾਨੂੰ ਸਮਝਾਉਂਦਾ, ਉਹਨਾਂ ਪ੍ਰਕਰਨਾਂ ਦੇ ਵਿੱਚੋਂ ਇੱਕ ਕਰਮ ਹੈ, ਪ੍ਰਾਣੀ ਦੇ ਜਾਣ ਤੋਂ ਬਾਅਦ ਸ਼੍ਰੀ ਸਹਿਜ ਪਾਠ ਸਾਹਿਬ ਪ੍ਰਕਾਸ਼ ਹੋਣ ਅਤੇ ਜਿਹੜਾ ਦਿਨ ਠੀਕ ਲੱਗੇ ਸਾਰੀ ਸੰਗਤ ਦੀ ਰਾਏ ਮਸ਼ਵਰੇ ਦੇ ਮੁਤਾਬਕ ਅਤੇ ਪਰਿਵਾਰ ਅਤੇ ਸੰਗਤਾਂ ਦੀ ਸਹੂਲਤ ਦੇ ਮੁਤਾਬਕ ਦਿਨ ਨਿਸ਼ਚਿਤ ਨਹੀਂ, ਉਸ ਦਿਨ ਤੇ ਭੋਗ ਪਾਏ ਜਾਣ। ਅਤੇ ਜ਼ਿਆਦਾਤਰ ਸਿੱਖ ਮਰਿਆਦਾ ਦੇ ਵਿੱਚ ਇਹ ਹੈ ਵੀ 10ਵੇਂ ਦਿਨ ਕੋਸ਼ਿਸ਼ ਕਰੋ ਵੀ ਭੋਗ ਪਾ ਦਿੱਤੇ ਜਾਣ। ਪਰ ਫਿਰ ਵੀ ਜੇਕਰ ਕੋਈ ਵਿੱਚ ਅਬਸਟੇਕਲ, ਕੋਈ ਅੜਚਨ, ਕੋਈ ਸਮੱਸਿਆ ਹੋਵੇ ਤਾਂ ਭੋਗ ਦੇ ਦਿਨਾਂ ਨੂੰ ਅਗਾਹਾਂ ਜਾਂ ਪਿਛਾਹਾਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਾਰਾ ਪਰਿਵਾਰ ਬੈਠੇ ਅਤੇ ਗੁਰੂ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰੇ। ਇਹ ਮਰਿਆਦਾ ਹੈ ਭਾਈ ਸਾਡੇ ਘਰ ਦੀ।
ਸੋ ਉਸ ਮਰਿਆਦਾ ਦੇ ਅਧੀਨ, ਪ੍ਰਚਲਿਤ ਮਰਿਆਦਾ ਦੇ ਮੁਤਾਬਕ ਆਪਾਂ ਸਾਰੇ ਬੈਠੇ ਹਾਂ। ਇਹ ਮਰਿਆਦਾ ਕਿਉਂ ਬੰਨੀ? ਇਹ ਮਰਿਆਦਾ ਸਤਿਗੁਰਾਂ ਨੂੰ ਕਿਉਂ ਲੋੜ ਪਈ ਇਹ ਮਰਿਆਦਾਵਾਂ ਪੱਕੀਆਂ ਕਰਨ ਦੀ? ਗੁਰੂ ਦੀ ਆਮਦ ਤੋਂ ਪਹਿਲਾਂ ਜੋ ਕੁਝ ਇੱਥੇ ਵਾਪਰ ਰਿਹਾ ਸੀ, ਜਾਣ ਵਾਲੇ ਪ੍ਰਾਣੀ ਦੇ ਜਾਣ ਤੋਂ ਬਾਅਦ ਕੁਝ ਇਸ ਤਰ੍ਹਾਂ ਦੇ ਕਰਮਕਾਂਡ, ਇਸ ਤਰ੍ਹਾਂ ਦਾ ਜੇ ਢਾਂਚੇ ਦੇ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਸੀ ਕਿ ਕਈ ਕਈ ਸਾਲ ਤੱਕ ਉਹਨਾਂ ਦੀ ਲੁੱਟ ਖਸੁੱਟ ਇਸ ਨਾਂ ਤੇ ਹੁੰਦੀ ਰਹਿੰਦੀ ਸੀ। ਤਾਂ ਮਨੁੱਖ ਦੇ ਜੀਵਨ ਦੀ ਆਮਦ, ਮਨੁੱਖ ਕੀ ਹੈ, ਮਨੁੱਖ ਜਾਂਦਾ ਕਿੱਥੇ ਹੈ, ਆਇਆ ਕਿਸ ਤਰ੍ਹਾਂ ਹੈ, ਅਤੇ ਦੂਸਰਾ ਪੱਖ ਜੋ ਪਰਿਵਾਰ ਪਿੱਛੇ ਰਹਿ ਗਿਆ ਹੈ ਉਹਨਾਂ ਦੇ ਉੱਤੇ ਇੱਕ ਜਿਹੜਾ ਹੈਗਾ ਵਿਸ਼ੇਸ਼ ਪ੍ਰਭਾਵ ਪੈ ਜਾਂਦਾ ਵਿਛੋੜੇ ਦਾ, ਜਾਣ ਵਾਲੇ ਪ੍ਰਾਣੀ ਦਾ ਵਿਛੋੜਾ। ਉਸ ਵਿਛੋੜੇ ਦੇ ਪ੍ਰਭਾਵ ਦੇ ਵਿੱਚੋਂ ਕਿਸ ਤਰ੍ਹਾਂ ਮੁਕਤੀ ਪਾਈ ਜਾਵੇ ਤੇ ਵਿਛੋੜਾ ਮਨੁੱਖੀ ਜੀਵਨ ਵਿੱਚ ਕਿਸ ਤਰ੍ਹਾਂ ਦਾ ਅਸਰ ਅਸਰੂਰ ਕਰਦਾ ਹੈ, ਇਹ ਸਾਰੀਆਂ ਵਿਚਾਰਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਆਪਾਂ ਸਮਝਣ ਦਾ ਉਪਰਾਲਾ ਅਤੇ ਯਤਨ ਕਰਨਾ ਹੁੰਦਾ ਹੈ। ਤਾਂ ਗੁਰੂ ਘਰ ਦੀ ਇੱਕ ਮਰਿਆਦਾ ਇਹ ਵੀ ਹੈ ਕਿ ਜਿੰਨਾ ਕੁ ਸਮਾਂ ਗੁਰਚਰਨਾਂ ਦੇ ਵਿੱਚ ਆਪਾਂ ਬੈਠਣਾ ਹੁੰਦਾ ਹੈਗਾ, ਉਹਨਾਂ ਕੁ ਸਮਾਂ 5 ਚੀਜ਼ਾਂ ਇੱਥੇ ਵਾਪਰਦੀਆਂ ਨੇ। 5 ਚੀਜ਼ਾਂ ਨੂੰ ਸਤਿਗੁਰਾਂ ਨੇ ਜਿਹੜਾ ਹੈਗਾ ਉਹ ਇਜਾਜ਼ਤ ਦਿੱਤੀ ਹੈ। ਪਹਿਲਾ, ਬਾਣੀ ਦਾ ਪਾਠ, ਜਿਹੜਾ ਪਿਛਲੇ 7 ਦਿਨ ਤੋਂ ਸ਼ਰਵਣ ਕੀਤਾ ਹੋਏਗਾ, ਹੁਣ ਭੋਗ ਦੇ ਸ਼ਲੋਕ ਸ਼ਰਵਣ ਕੀਤੇ ਨੇ। ਬਾਣੀ ਦਾ ਪਾਠ, ਇੱਕ ਮਧੁਰ ਆਵਾਜ਼, ਲਗਾਤਾਰ ਇੱਕ ਲੈਤਕਾਰੀ ਦੇ ਨਾਲ ਬਾਣੀ ਨੂੰ ਪੜ੍ਹਨ ਦੀ ਤਰਤੀਬ, ਇਹਨੂੰ ਅਸੀਂ ਪਾਠ ਕਹਿੰਦੇ ਹਾਂ। ਦੂਸਰਾ ਹੈ ਬਾਣੀ ਦਾ ਕੀਰਤਨ। ਜੋ ਕੁਝ ਪਾਠ ਰੂਪ ਵਿੱਚ ਪੜ੍ਹਿਆ ਗਿਆ ਹੈ ਉਸੇ ਨੂੰ ਤਰਨਮ ਰੂਪ ਦੇ ਵਿੱਚ ਪੱਕੇ ਰਾਗਾਂ ਦੇ ਵਿੱਚ ਬੱਧਿਤ ਕਰਕੇ ਗਾਇਨ ਕਰਨ ਦੀ ਸ਼ੈਲੀ। ਤੀਸਰਾ ਹੈ ਜੋ ਕੁਝ ਕੀਰਤਨ ਵਿੱਚ ਗਾਇਆ ਗਿਆ, ਗਾਵਿਆ ਗਿਆ, ਉਸ ਦੇ ਅਰਥ ਕੀਤੇ ਜਾਣ, ਕਿਉਂਕਿ ਅਰਥਾਂ ਤੋਂ ਬਿਨਾਂ ਆਮ ਮਨੁੱਖ ਨੂੰ ਸਮਝ ਨਹੀਂ ਪੈਂਦੀ। ਬਾਣੀ ਦਾ ਡਿਸਟੈਂਸ ਸਾਡੇ ਨਾਲੋਂ 300 ਸਾਲ ਦਾ ਪੈ ਗਿਆ ਹੈਗਾ, ਕਿਉਂਕਿ ਜਦੋਂ ਬਾਣੀ ਦੀ ਵਾਈਂਡੇਸ਼ਨ ਹੋਈ, ਵਾਈਂਡ ਅਪ ਹੋਇਆ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੰਨਤਾ ਹੁੰਦੀ, ਤਾਂ ਸੰਪੰਨਤਾ ਦਾ ਸਮਾਂ ਸਨ 1705 ਹੈ ਤੇ ਅੱਜ ਚੱਲੀ ਜਾਂਦਾ ਹੈਗਾ 2024। 300 ਤੇ 19 ਸਾਲ ਹੋ ਗਏ ਨੇ ਬਾਣੀ ਦੀ ਭਾਸ਼ਾ ਦੇ ਵਿਚਕਾਰ, ਜਿਹੜਾ ਵਿਚਕਾਰ ਦੀ ਬਹੁਤ ਸਾਰੀ ਵੋਕੈਬਲਰੀ, ਬਹੁਤ ਸਾਰੇ ਅੱਖਰ ਅਸੀਂ ਗਵਾ ਚੁੱਕੇ ਹਾਂ। ਗੁਰੂ ਦੇ ਨੇੜੇ ਸਾਨੂੰ ਬਹੁਤਾ ਸਮਾਂ ਰਹਿਣ ਦਾ ਵਕਤ ਨਹੀਂ ਮਿਲਿਆ। ਸਿੱਖ ਜਗਤ ਨੂੰ ਖਾਸ ਕਰਕੇ, ਜਿਤਨਾ ਵੱਡਾ ਸਾਡਾ ਗੁਰੂ ਹੈ ਅਸੀਂ ਉਹਨਾਂ ਨੇੜੇ ਨਾ ਰਹਿ ਸਕੇ ਗੁਰੂ ਦੇ, ਕਿਉਂਕਿ ਸਾਨੂੰ 100 ਸਾਲ ਤਾਂ 17ਵੀਂ ਤੋਂ 18ਵੀਂ ਸਦੀ ਦੇ ਵਿੱਚ ਵੱਡਾ ਸੰਘਰਸ਼ ਲੜਨਾ ਪਿਆ। 18ਵੀਂ ਤੋਂ 19ਵੀਂ ਸਦੀ ਦੇ ਵਿੱਚ ਫਿਰ ਅੰਗਰੇਜ਼ਾਂ ਨਾਲ ਇੱਕ ਵੱਡਾ ਸੰਘਰਸ਼, ਅਤੇ 19ਵੀਂ ਤੋਂ 20ਵੀਂ ਸਦੀ ਜਦੋਂ ਤੱਕ ਆਉਂਦੀ ਹੈ ਤਾਂ ਇਸ 20ਵੀਂ ਸਦੀ ਦੇ ਵਿੱਚ ਸਾਨੂੰ ਆਪਣਿਆਂ ਨਾਲ ਹੀ ਇੱਕ ਵੱਡਾ ਸੰਘਰਸ਼ ਲੜਨਾ ਪਿਆ, ਗੁਰਦੁਆਰਾ ਸੁਧਾਰ ਲਹਿਰਾਂ ਦੇ ਵਿੱਚ ਵੀ। ਤਾਂ ਇਸ ਸਮੇਂ ਦੇ ਵਿੱਚ ਬਾਣੀ ਦੇ ਵਿਖਿਆਨ ਦੀ ਜਾਂ ਬਾਣੀ ਦੀ ਜਿਹੜੀ ਵਿਚਾਰ ਪੱਧਤੀ ਹੈ, ਅਸੀਂ ਉਸ ਪੱਧਰ ਤੱਕ ਨਾ ਕਰ ਸਕੇ। ਸੋ ਇਸ ਕਰਕੇ ਫਿਰ ਸਾਨੂੰ ਬਾਣੀ ਦੀ ਵਿਆਖਿਆ ਜਿਹੜੀ ਹੈਗੀ ਆ ਉਹ ਸੌਫਟ, ਸੌਖਿਆਂ ਕਰਨੀ ਪੈਂਦੀ ਹੈ। ਤਾਂ ਇਹ ਤੀਜੀ ਪੱਧਤੀ ਹੈ। ਚੌਥੀ ਪੱਧਤੀ ਹੈ ਜੋ ਕੁਝ ਗਾਇਆ, ਜੋ ਕੁਝ ਪਾਠ ਕੀਤਾ ਗਿਆ, ਜੋ ਕੁਝ ਕਥਾ ਵਿਚਾਰ ਵਿੱਚ ਹੋਇਆ, ਉਸ ਨੂੰ ਸੁਣਿਆ ਜਾਵੇ, ਕਿਉਂਕਿ ਸੁਣਨ ਵਾਲੇ ਤੋਂ ਬਿਨਾਂ ਨਾ ਕੀਰਤਨ, ਨਾ ਪਾਠ ਅਤੇ ਨਾ ਕਥਾ, ਸਰੋਤੇ ਤੋਂ ਬਿਨਾਂ ਉਸ ਦਾ ਕੋਈ ਭਾਵ ਨਹੀਂ ਰਹਿ ਜਾਂਦਾ। ਚੌਥੀ ਗੱਲ ਇਹ ਹੈ। ਤੇ ਪੰਜਵੀਂ, ਜੋ ਕੁਝ ਗਾਇਆ ਜਾਵੇ, ਜੋ ਕੁਝ ਸੁਣਿਆ ਜਾਵੇ, ਜੋ ਕੁਝ ਪਾਠ ਰੂਪ ਵਿੱਚ ਪੜ੍ਹਿਆ ਜਾਵੇ, ਤੇ ਜੋ ਕੁਝ ਕੀਰਤਨ ਰੂਪ ਦੇ ਵਿੱਚ ਹੋਵੇ, ਕਥਾ ਰੂਪ ਵਿੱਚ ਹੋਵੇ, ਚਾਰੇ ਚੀਜ਼ਾਂ ਉਹਦੇ ਤੇ ਅਮਲ ਕੀਤਾ ਜਾਵੇ। ਪੰਜਵੀਂ ਪੌੜੀ ਇਹ ਹੈ। ਤੇ ਜਿਹੜੇ ਇਹਨਾਂ ਪੰਜਾਂ ਨੂੰ ਲੰਘ ਜਾਂਦੇ ਨੇ ਉਹਨਾਂ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਨੇ ਪੰਜ ਪ੍ਰਵਾਨ। ਯਾਦ ਹੋਣ ਸ਼ਬਦ ਤਾਂ ਚੇਤੇ ਹੋਣ ਤੇ ਨਾਲ ਨਾਲ ਪੜ੍ਹ ਲਿਆ ਜੇ। ਜਿਹੜੇ ਲੰਘ ਜਾਂਦੇ ਨੇ ਗਾ ਕੇ, ਸੁਣ ਕੇ, ਅਮਲ ਕਮਾ ਕੇ, ਮੰਨ ਕੇ, ਤੇ ਮੰਨਣ ਤੋਂ ਬਾਅਦ ਅਗਲੀ ਪੌੜੀ ਕਿਹੜੀ ਆਉਂਦੀ ਹੈ? ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਦਰਗਾਹੇ ਮਾਨ ਸਨਮਾਨ ਮਿਲ ਜਾਂਦਾ ਉਹਨਾਂ ਨੂੰ। ਇਹ ਰਵਾਇਤ ਹੈ ਭਾਈ ਸਾਡੀ। ਸੋ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੋਂ ਦੋਨੋਂ ਹੱਥ ਜੋੜੋ, ਅਸੀਸ ਬਖਸ਼ੋ ਕਿ ਕੁਝ ਕਹਿ ਸਕੀਏ, ਆਪ ਜੀ ਕੁਝ ਸੁਣ ਸਕੋ, ਤੇ ਜੋ ਕੁਝ ਕਹੀਏ ਤੇ ਜੋ ਕੁਝ ਸੁਣੀਏ ਉਸ ਤੇ ਜੀਵਨ ਦੇ ਅਮਲਾਤ ਦੇ ਵਿੱਚ ਉਸ ਨੂੰ ਲਿਆ ਸਕੀਏ। ਇਸੇ ਮਨਸ਼ਾ ਦੇ ਨਾਲ ਵਿਚਾਰ ਦੀ ਪ੍ਰਾਰੰਭਤਾ ਕਰਨ ਲੱਗੇ ਆ। ਤੁਹਾਡੇ ਜੋੜੇ ਝਾੜਨ ਦੀ ਸੇਵਾ ਜਿੰਨਾ ਕੁ ਸਮਾਂ ਕਰਨੀ ਹੈ
ਫਤਿਹ ਦੀ ਸਾਂਝ ਦੇ ਨਾਲ ਪ੍ਰਾਰੰਭਤਾ ਕਰੀਏ। ਸਾਰੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਸ਼ਬਦ ਚੁਣਿਆ ਹੈ, ਮੌਤ ਦੇ ਸੰਦਰਭ ਦੇ ਵਿੱਚ ਆਪਾਂ ਬੈਠੇ ਹਾਂ। ਫਿਊਨਰਲ ਸੈਰਮਨੀ ਹੈ, ਸ਼ੋਕ ਸਮਾਗਮ ਹੈ, ਕੰਸਾਲਡੈਂਸ ਦੇ ਵਿੱਚ ਹਾਂ। ਤਾਂ ਫਿਰ ਇਸ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਉਪਦੇਸ਼ ਵੀ ਸਤਿਗੁਰਾਂ ਤੋਂ ਲੈਣਾ ਆਪਾਂ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੁੰਦਾ ਹੈ ਤੇ ਦੂਸਰੇ ਦਿਨ ਸੁਬਾਹ ਦੇ ਵਕਤ ਤੇ ਬਾਣੀ ਦਾ ਪ੍ਰਵਾਹ ਚੱਲਦਾ ਹੈ, ਇਹਨੂੰ ਅਸੀਂ ਸੋਰਠ ਰਾਗ ਕਹਿੰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਮੱਧ ਰਾਗਾਂ ਦੇ ਵਿੱਚੋਂ ਇੱਕ ਰਾਗ ਹੈ, ਮੱਧ ਭਾਗ ਦੇ ਰਾਗਾਂ ਦੇ ਵਿੱਚੋਂ ਇੱਕ ਰਾਗ ਹੈ। ਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਜਿਹੜਾ ਸੋਰਠ ਦੇ ਉਸ ਰਸ ਨੂੰ ਪ੍ਰਾਪਤ ਕਰ ਲੈਂਦਾ ਹੈ, ਰਸ ਇੰਨਾ ਸਵਾਦੀ ਹੈ ਸੋਰਠ ਦਾ, ਕਦੇ ਫਿੱਕਾ ਨਹੀਂ ਪੈਂਦਾ। ਸੋਰਠ ਸੋ ਰਸ ਪੀਜੀ ਹੈ ਕਬਹੂ ਨਾ ਫਿੱਕਾ, ਇਹ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਸੋਰਠ ਰਾਗ, ਸੋਰਠ ਸੋ ਰਸ ਪੀਜੀ ਹੈ ਕਬਹੂ ਨਾ ਫਿੱਕਾ, ਹੋਏ ਨਾਨਕ ਰਾਮ ਨਾਮ ਗੁਣ ਗਾਈਐ, ਦਰਗਹਿ ਨਿਰਮਲ ਸੋਏ। ਫਿਰ ਉਹ ਕਹਿੰਦੇ ਨੇ ਜਿਹੜੇ ਸੋਰਠ ਨੂੰ ਗਾ ਲੈਂਦੇ ਨੇ, ਸੋਰਠ ਨੂੰ ਸਰਵਣ ਕਰ ਲੈਂਦੇ ਨੇ, ਜੀਵਨ 'ਚ ਐਸਾ ਰੰਗ ਚੜ੍ਹਦਾ ਕਦੇ ਫਿੱਕਾ ਨਹੀਂ ਪੈਂਦਾ। ਸੋਰਠ ਦਾ ਪਹਿਲਾ ਹੀ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ, ਪਹਿਲਾ ਹੀ ਸ਼ਬਦ ਸੋਰਠ ਰਾਗ ਦਾ ਪ੍ਰਥਮ ਸ਼ਬਦ। ਤੇ ਰਾਗਾਂ ਦੀ ਇੱਕ ਤਰਤੀਬ ਹੈ, ਜਦੋਂ ਵੀ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ, ਸਭ ਤੋਂ ਪਹਿਲਾਂ ਮੰਗਲਾਚਾਰ ਹਰ ਇੱਕ ਰਾਗ ਦੇ ਵਿੱਚ ਐਡ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ ਮੰਗਲਾਚਾਰ ਦਰਜ ਕੀਤਾ ਜਾਂਦਾ ਹੈ। ਤੇ ਮੰਗਲਾਚਾਰ ਕੀ ਹੈ? ਸਿੱਖ ਧਰਮ ਦਾ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੰਗਲਾਚਾਰ ਹੈ ਜਿਹੜਾ ਆਪਣੇ ਇਸ਼ਟ ਦਾ, ਇਸ਼ਟ ਕਿਹੜਾ? ਇੱਕ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਾਰ ਉਚਾਰਨ ਕੀਤਾ ਗਿਆ। ਉਹ ਇੱਕ ਹੈ, ਵਾਹਿਦ ਸ਼ਕਤੀ ਹੈ। ਤੇ ਮੈਂ ਇੱਕ ਬੇਨਤੀ ਕਰਾਂ, ਦੁਨੀਆ ਦਾ ਕੋਈ ਵੀ ਗ੍ਰੰਥ, ਦੁਨੀਆ ਦਾ, ਪੂਰੀ ਦੁਨੀਆ 'ਚ ਬਹੁਤ ਗ੍ਰੰਥ ਲਿਖੇ ਗਏ ਨਾ, ਬਹੁਤ ਸਾਰਾ ਹੋਲੀ ਸਕ੍ਰਿਪਚਰ ਜਿਹੜਾ ਹੈਗਾ ਉਹ ਲਿਖਿਆ ਗਿਆ ਹੈ। ਤੇ ਪੂਰੇ ਹੋਲੀ ਸਕ੍ਰਿਪਚਰ ਦੇ ਵਿੱਚ ਦੁਨੀਆ ਦੀ ਕੋਈ ਕਿਤਾਬ ਅੰਕ ਤੋਂ ਸ਼ੁਰੂ ਨਹੀਂ ਹੁੰਦੀ। ਦੁਨੀਆ ਦਾ ਕੋਈ ਗ੍ਰੰਥ ਅੰਕ ਤੋਂ ਸ਼ੁਰੂ ਨਹੀਂ ਹੁੰਦਾ, ਸ਼ਬਦ ਤੋਂ ਸ਼ੁਰੂ ਹੁੰਦਾ ਹੈ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜਿਨ੍ਹਾਂ ਦੀ ਆਰੰਭਤਾ ਅੰਕ ਤੋਂ ਹੁੰਦੀ ਹੈ। ਦੂਜੀ ਬੇਨਤੀ ਕਰਾਂ, ਤਿੰਨ ਤਰ੍ਹਾਂ ਦੀ ਵਿੱਦਿਆ ਹੈ। ਇੱਕ ਤਾਂ ਵਿੱਦਿਆ ਹੈਗੀ ਆ ਅੰਕਾਂ ਦੀ, ਭਲਾਂ ਦੀ ਕਿਸੇ ਭਾਸ਼ਾ ਵਿੱਚ ਪੜ੍ਹੋ। ਵਿੱਦਿਆ ਤਿੰਨ ਭਾਗਾਂ ਦੇ ਵਿੱਚ ਹੁੰਦੀ ਹੈ। ਤਿੰਨ ਤਰੀਕਿਆਂ ਨਾਲ ਵਿੱਦਿਆ ਪ੍ਰਾਪਤ ਕੀਤੀ ਜਾ ਸਕਦੀ ਹੈ, ਅੰਕਾਂ ਵਿੱਚ, ਸ਼ਬਦਾਂ ਵਿੱਚ ਤੇ ਇਸ਼ਾਰਿਆਂ ਵਿੱਚ। ਨੰਬਰਸ, ਕੈਪੀਟਲ ਐਂਡ ਸਿੰਬਲਸ, ਤਿੰਨ ਤਰ੍ਹਾਂ ਦੀ ਵਿੱਦਿਆ, ਨੰਬਰਾਂ ਵਿੱਚ, ਅੱਖਰਾਂ ਵਿੱਚ ਤੇ ਇਸ਼ਾਰਿਆਂ ਵਿੱਚ। ਜਦੋਂ ਤੁਸੀਂ ਇੱਕ ਓੰਕਾਰ ਕਹੋਗੇ ਨਾ, ਇੱਕ ਓੰਕਾਰ, ਚਲੋ ਜੇ ਵੈਸੇ ਤਾਂ ਸਮਾਂ ਬਤੀਤ ਕਰਨਾ ਹੋਵੇ ਤਾਂ ਇੱਕ ਓੰਕਾਰ ਤੇ ਕਈ ਘੰਟੇ ਲੱਗ ਸਕਦੇ ਨੇ, ਵਿਚਾਰ ਆਪਾਂ ਖੋਲੀਏ ਤਾਂ, ਪਰ ਮੈਂ ਤੁਹਾਡੇ ਨਾਲ ਸ਼ਬਦ ਦੀ ਸਾਂਝ ਪਾਉਣੀ ਅਗਲੇ ਦੇ ਦੀ। ਇੱਕ ਓੰਕਾਰ ਪੜ੍ਹਦੇ ਹੋ ਨਾ, ਇੱਕ ਓੰਕਾਰ, ਇੱਕ ਕੀ ਹੈ? ਅੰਕ, ਓੰ ਸ਼ਬਦ, ਅੱਖਰ ਹੈ, ਤੇ ਕਾਰ ਸਿੰਬਲ ਹੈ। ਤੁਹਾਡੇ ਕੋਲ ਮੋਬਾਈਲ ਫੋਨ ਵਗੈਰਾ ਤਾਂ ਸਾਰਿਆਂ ਕੋਲ ਹੈਗੇ ਨਾ ਗੈਜਟ ਸਾਰੇ ਦੇ। ਇਹਦੇ ਵਿੱਚ ਦੇਖੋ ਤਿੰਨ ਤਰ੍ਹਾਂ ਦੀ ਵਿੱਦਿਆ, ਕੋਈ ਸਿੰਬਲ ਹੈਗਾ, ਪਲੱਸ ਮਾਈਨਸ ਇਕੁਅਲ, ਸਾਰੀਆਂ ਚੀਜ਼ਾਂ ਹੈਗੀਆਂ ਨਾ ਉਹਦੇ ਵਿੱਚ, ਇਹ ਸਿੰਬਲ ਨੇ ਸਾਰੇ। ਉਹਦੇ ਵਿੱਚ ਇੱਕ ਨੰਬਰ ਹੋਣਗੇ, ਉਹਦੇ ਵਿੱਚ ਇੱਕ ਸ਼ਬਦ ਹੋਣਗੇ, ਆ ਤਿੰਨ ਹੀ ਚੀਜ਼ਾਂ ਨੇ, ਹੋਰ ਕੀ ਨੇ? ਤੇ ਇਹਨਾਂ ਤਿੰਨਾਂ ਵਿੱਚ ਸਾਰੀ ਵਿੱਦਿਆ ਹੈ। ਸਤਿਗੁਰਾਂ ਨੇ ਇਕੱਲੇ ਇੱਕ ਓੰਕਾਰ ਵਿੱਚ ਦੁਨੀਆ ਦੀ ਸਾਰੀ ਵਿੱਦਿਆ ਦਰਜ ਕਰ ਦਿੱਤੀ। ਜਿਹਨੂੰ ਇੱਕ ਓੰਕਾਰ ਦੀ ਸਮਝ ਆ ਗਈ, ਦੁਨੀਆ ਦੀ ਸਾਰੀ ਵਿੱਦਿਆ ਪੜ੍ਹ ਗਿਆ। ਬੋਲੋ ਸਤਿਨਾਮ ਸ੍ਰੀ। ਦੁਨੀਆ ਦੀ ਸਾਰੀ ਵਿੱਦਿਆ ਜਨਮ ਤੋਂ ਲੈ ਕੇ ਮੌਤ ਤੱਕ ਦੀ, ਜਿਹਨੂੰ ਇੱਕ ਓੰਕਾਰ ਦੀ ਸਮਝ ਪੈ ਗਈ, ਉਹਨੇ ਦੁਨੀਆ ਦੀ ਸਾਰੀ ਵਿੱਦਿਆ ਗ੍ਰਹਿਣ ਕਰ ਲਈ। ਕਿਉਂਕਿ ਇੱਕ ਓੰਕਾਰ ਦੇ ਵਿੱਚ ਨੰਬਰ ਵੀ ਹੈਗਾ, ਕੈਪੀਟਲ ਵੀ ਹੈਗਾ ਤੇ ਸਿੰਬਲ ਵੀ ਹੈਗਾ, ਤਿੰਨੇ ਚੀਜ਼ਾਂ ਇਕੱਠੀਆਂ ਨੇ। ਇਹ ਦੁਨੀਆ ਦਾ ਵਿਲੱਖਣ ਸ਼ਬਦ ਹੈ, ਇੱਕ ਹੀ ਸ਼ਬਦ, ਜਿਹਦੇ ਵਿੱਚ ਤੁਸੀਂ ਦੁਨੀਆ ਤੇ ਕੋਈ ਐਸਾ ਸ਼ਬਦ ਨਹੀਂ ਲੱਭ ਸਕੋਗੇ। ਇੱਕੋ ਇੱਕ ਸ਼ਬਦ ਹੈ ਵਿਲੱਖਣ। ਤੁਸੀਂ ਰਿਸਰਚ ਕਰ ਸਕਦੇ ਹੋ, ਵੈਸੇ ਅੱਜ ਕੱਲ੍ਹ ਤਾਂ ਆਪਣੇ ਕੋਲੇ ਬਹੁਤ ਸਾਰੇ ਸਰਚ ਇੰਜਨ ਹੈਗੇ ਨੇ, ਤੁਸੀਂ ਉਹਦੇ ਤੇ ਸਰਚ ਕਰ ਸਕਦੇ ਹੋ। ਕੋਈ ਇੱਕ ਐਸਾ ਸ਼ਬਦ ਹੋਵੇ, ਐਸਾ ਵਰਡ ਹੋਵੇ ਜਿਹਦੇ 'ਚ ਨੰਬਰ ਵੀ ਹੋਵੇ, ਸਿੰਬਲ ਵੀ ਹੋਵੇ ਤੇ ਕੈਪੀਟਲ ਵੀ ਹੋਵੇ, ਨਹੀਂ ਮਿਲੇਗਾ ਤੁਹਾਨੂੰ।
ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਆਰੰਭਤਾ ਵਿੱਚ ਹੀ ਮਿਲਦਾ ਹੈਗਾ, ਜਿਹੜਾ ਸਤਿਗੁਰਾਂ ਨੇ ਇਸ਼ਟ ਦੇ ਮੰਗਲ ਦੇ ਰੂਪ ਵਿੱਚ ਦਰਜ ਕੀਤਾ ਹੈ। ਇਹ ਰਾਗ ਦੀ ਆਰੰਭਤਾ ਹੁੰਦੀ ਹੈ, ਇਸ ਕਰਕੇ ਇਸ਼ਟ ਦਾ ਮੰਗਲ ਇੱਕ ਓੰਕਾਰ ਤੋਂ ਪ੍ਰਾਰੰਭ ਕਰਕੇ ਸਤਿਗੁਰੂ ਗੁਰ ਪ੍ਰਸਾਦ ਤੱਕ ਲੈ ਕੇ ਜਾਂਦੇ ਨੇ। ਇਸ ਤੋਂ ਅੱਗੇ ਸ਼ਬਦ ਸ਼ੁਰੂ ਹੁੰਦਾ ਹੈ ਸੋਰਠ ਮਹੱਲਾ ਪਹਿਲਾ। ਤੇ ਪਹਿਲਾ ਸ਼ਬਦ ਜਿਹੜਾ ਹੁੰਦਾ ਕਿਸੇ ਵੀ ਰਾਗ ਦਾ, ਉਹ ਪਹਿਲੇ ਘਰ 'ਚ ਹੀ ਗਾਇਆ ਜਾਂਦਾ ਹੈ। ਇਹ ਵੀ ਇੱਕ ਵਿਸ਼ੇਸ਼ਤਾ ਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ 17 ਤੱਕ ਘਰ ਨੇ। ਘਰ ਕਿਸੇ ਚੀਜ਼ ਨੂੰ ਗਾਉਣ ਦੇ ਵਕਤ ਤਾਲ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੀ ਇੱਕ ਤਾਂ ਲੈ ਹੁੰਦੀ, ਇੱਕ ਤਾਲ ਹੁੰਦੀ ਹੈ। ਤੇ ਜਿਹੜਾ ਹੁੰਦਾ ਨਾ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਉਹ ਤਾਲ ਦੇ ਘਰ ਨੇ। ਇਹ ਕਿਹੜੀ ਤਾਲ ਦੇ ਵਿੱਚ ਇਹਨੂੰ ਗਾਇਨ ਕੀਤਾ ਜਾਣਾ। ਕਈ ਵਾਰੀ ਚਲੋ ਗਾਇਨ ਕਰਨ ਵਾਲੇ, ਚਲੋ ਮੇਰਾ ਥੋੜਾ ਜਿਹਾ ਅਕੈਡਮਿਕ ਜਿਹੜਾ ਪੱਖ ਤੋਂ ਮੈਂ ਜਿਹੜਾ ਸਿੱਖਿਆ ਹਾਂ, ਤਾਂ ਸਾਨੂੰ ਉੱਥੇ ਇਹਨਾਂ ਚੀਜ਼ਾਂ ਦੇ ਉੱਤੇ ਬੜਾ ਜਿਹੜਾ ਹੈਗਾ ਉਹ ਐਮਫੀਸਾਈਜ਼ ਅਸੀਂ ਕਰਦੇ ਸੀਗੇ। ਧਿਆਨ ਸਾਡੇ ਜਿਹੜੇ ਵਿਦਿਆਦਾਤਾ ਸਾਨੂੰ ਇਸ ਪਾਸੇ ਬਹੁਤ ਦਵਾਉਂਦੇ ਸੀ। ਉਹ ਕਈ ਵਾਰ ਪੜ੍ਹਦੇ ਵੀ ਗੌੜੀ 9ਵੀਂ, ਗੌੜੀ 10ਵੀਂ, ਗੌੜੀ 12ਵੀਂ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਗੌੜੀ 9ਵਾਂ, ਕਿਉਂਕਿ 9ਵੇਂ ਘਰ ਵਿੱਚ ਗਾਈ ਗਈ ਆ। ਉਹ ਰਾਗ 9ਵੇਂ ਘਰ 'ਚ ਗਾਇਨ ਹੁੰਦਾ। ਅਸੀਂ ਗੌੜੀ ਨੂੰ 9ਵੀਂ ਕਹਿ ਰਹੇ ਹਾਂ, ਗੌੜੀ ਇਸਤਰੀ ਲਿੰਗ ਹੈਗੀ ਹੈ, ਤੇ ਇਸ ਕਰਕੇ ਕਈ ਵਾਰੀ ਇਸ ਤਰ੍ਹਾਂ ਸ਼ਬਦ ਵਰਤ ਲੈਂਦੇ। ਪਰ ਜਦੋਂ ਘਰਾਂ ਦੀ ਸਮਝ ਆਏਗੀ ਫਿਰ ਤੁਸੀਂ ਇਸ ਤਰ੍ਹਾਂ ਬੋਲੋਗੇ। ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਕਿਉਂਕਿ ਘਰ ਪੁਰਖਵਾਚਕ ਹੈ, ਮਹੱਲਾ ਵੀ ਪੁਰਖਵਾਚਕ ਹੈ। ਇਸੇ ਕਰਕੇ ਪੜ੍ਹਦੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ। ਮਹੱਲੇ ਦਾ ਅਰਥ ਸਰੀਰ। ਸੋਰਠ ਮਹੱਲਾ ਪਹਿਲਾ, ਇਹਦਾ ਅਰਥ ਕੀ ਹੋਇਆ? ਪਹਿਲੇ ਗੁਰੂ ਸਾਹਿਬ ਦੀ ਬਾਣੀ। ਪਹਿਲੇ ਗੁਰੂ ਸਾਹਿਬ ਦੀ। ਪਹਿਲੇ ਗੁਰੂ ਸਾਹਿਬ ਕੌਣ ਨੇ ਸਾਡੇ? ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ। ਸੋਰਠ ਮਹੱਲਾ ਪਹਿਲਾ, ਤੇ ਗਾਉਣ ਦੀ ਹਦਾਇਤ ਕਿਹੜੇ ਘਰ 'ਚ ਹੈ? ਘਰ ਪਹਿਲਾ, ਚੌਪ ਦੇ। ਸ਼ਬਦ ਦੇ 4 ਪਦ ਨੇ, 4 ਸਟੈਂਜਾ ਨੇ, ਤੇ ਹਰ ਇੱਕ ਪਹਿਰੇ ਦੀਆਂ 3 ਤੁਕਾਂ ਨੇ। ਤੇ ਸ਼ਬਦ ਦੀ ਬਣਤਰ ਕੀ ਹੋਗੀ? ਚੌਪਦੇ ਤੇ ਤੁਕੇ। 3 ਤੁਕਾਂ ਨੇ ਨਾ, ਪਰ ਤੇ ਤੁਕੇ ਹੋ ਗਏ। ਇੱਕ ਪਦੇ ਦੇ ਵਿੱਚ 3 ਤੁਕਾਂ ਆਉਣਗੀਆਂ। ਇਹ ਸ਼ਬਦ ਦੀ ਸਾਰੀ ਬਣਤਰ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਦੇ ਵਿੱਚ ਇੱਕ ਰੰਚਕ ਮਾਤਰ, ਇੱਕ ਬਿੰਦੀ ਦਾ ਵੀ ਫਰਕ ਨਹੀਂ ਪਾਇਆ ਗਿਆ। ਬਹੁਤ ਗਹਿਰਾਈ ਦੇ ਨਾਲ ਸਾਰੀ ਵਿਚਾਰ ਨੂੰ ਬਿਲਕੁਲ ਇੱਕ ਲੜੀਬੱਧ ਕੀਤਾ ਗਿਆ ਹੈ। ਸਤਿਗੁਰੂ ਸੰਪਾਦਿਤ ਕਰਨ ਵਾਲੇ ਕੌਣ ਨੇ? ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ। ਤੇ ਉਹਨਾਂ ਵਰਗਾ ਜਿਹੜਾ ਕਰਤਾ ਕਿਤੇ ਧਰਤੀ ਤੇ ਲੱਭ ਸਕਦਾ ਹੈ? ਤਾਂ ਉਹਨਾਂ ਨੇ ਇੱਕ ਮਾਤਰਾ ਤੱਕ ਦਾ ਵੀ ਅੰਤਰ ਨਹੀਂ ਪੈਣ ਦਿੱਤਾ। ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਪੁਨਰ ਸੰਪਾਦਿਤ ਹੁੰਦੇ ਨੇ, ਆਹੀ ਮਹੀਨਾ ਸੀਗਾ ਬਸੰਤ ਦਾ, ਬਸੰਤ ਦੀ ਰੁੱਤ ਸੀਗੀ, ਬਸੰਤ ਰੁੱਤ ਸ਼ੁਰੂ ਹੋ ਪਈ ਨਾ, ਬਸੰਤ ਰੁੱਤ ਦੀ ਆਰੰਭਤਾ ਹੋ ਗਈ। ਅੱਧ ਮਾਘ ਤੋਂ ਬਾਅਦ ਬਸੰਤ ਰੁੱਤ ਸ਼ੁਰੂ ਹੋ ਜਾਂਦੀ। ਬਸੰਤ ਰੁੱਤ ਦੀ ਆਰੰਭਤਾ ਦੇ ਵਕਤ ਹੀ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੁਬਾਰਾ ਲਿਖਣ ਦੀ ਆਰੰਭਤਾ ਕੀਤੀ ਸੀ ਦਮਦਮਾ ਸਾਹਿਬ ਦੀ ਧਰਤੀ ਤੇ। 9 ਮਹੀਨੇ ਤੇ ਕੁਝ ਦਿਨਾਂ ਦੇ ਵਿੱਚ ਫਿਰ ਸੰਪੰਨਤਾ ਹੋਈ ਸੀ। ਉਹਦੇ ਵਿੱਚ ਕੇਵਲ ਇੱਕ ਮਾਤਰਾ ਦਾ ਹੀ ਫਰਕ ਪਾਇਆ ਗਿਆ। ਉਹ ਚਲੋ ਮੈਂ ਉਸ ਪਾਸੇ ਨਹੀਂ ਜਾਣਾ, ਆਪਣੀ ਵਿਚਾਰ ਜਿਹੜੀ ਹੈਗੀ, ਆਪਾਂ ਵਿਚਾਰ ਵਾਲੇ ਪਾਸੇ ਰਹਿਣਾ। ਤੋ ਸਤਿਗੁਰੂ ਪਾਤਸ਼ਾਹ ਜੀ ਇੱਥੇ ਸੰਪੂਰਨ ਜਿਹੜਾ ਹੈਗਾ ਹਰ ਇੱਕ ਚੀਜ਼ ਦੇ ਉੱਤੇ ਬਿਲਕੁਲ ਐਨ ਪੂਰੇ ਦਾ ਪੂਰਾ ਬੰਦਿਸ਼ ਲਾ ਕੇ ਬੜੀ ਗਹਿਰਾਈ ਨਾਲ ਸਾਨੂੰ ਬਖਸ਼ਿਸ਼ ਕਰਦੇ। ਚੌਪਦਾ ਹੈ ਤੇ 3 ਤੁਕਾਂ ਨੇ ਹਰ ਇੱਕ ਪਦੇ ਦੀਆਂ। ਤੇ ਪਹਿਲੀ ਪੰਕਤੀ, ਪਹਿਲੀ ਜਿਹੜਾ ਹੈਗਾ ਇਹਦੀ ਪਹਿਲਾ ਸਟੈਂਜਾ, ਪਹਿਲਾ ਪਹਿਰਾ ਇੱਕ ਰਵਾਇਤ ਹੈ। ਪਹਿਲੇ ਪਹਿਰੇ ਤੋਂ ਬਾਅਦ ਰਹਾਉ ਦੀਆਂ ਪੰਕਤੀਆਂ ਆਉਂਦੀਆਂ। ਤੇ ਰਹਾਉ ਕੀ ਹੈਗਾ? ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਕਿਸੇ ਵੀ ਕਵਿਤਾ ਦਾ ਕੇਂਦਰੀ ਭਾਵ, ਜਿਹਦੇ ਚੁਗਿਰਦੇ 'ਚ ਸਾਰੀ ਕਾਵ ਰਚਨਾ ਘੁੰਮਦੀ ਹੋਵੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਣੀ ਕਾਵ ਰਚਨਾਤਮਕ ਰੂਪ ਦੇ ਵਿੱਚ ਹੈ। ਜਿਹਦੇ ਚੁਗਿਰਦੇ ਵਿੱਚ ਪੂਰੀ ਕਾਵ ਰਚਨਾ ਘੁੰਮਦੀ ਹੋਵੇ ਤਾਂ ਉਸ ਨੂੰ ਕਿਹਾ ਗਿਆ ਰਹਾਉ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਇੱਕੋ ਇੱਕ ਇਹ ਵਿਸ਼ੇਸ਼ਤਾ ਵੀ ਗੁਰੂ ਤੇਗ ਬਹਾਦਰ ਜੀ ਦੇ ਪਹਿਲੇ ਪਹਿਰੇ ਤੋਂ ਬਾਅਦ ਹੀ, ਪਹਿਲੀਆਂ ਪੰਕਤੀਆਂ ਤੋਂ ਬਾਅਦ ਹੀ ਰਹਾਉ ਆ ਜਾਂਦਾ ਹੈ। ਨਹੀਂ ਤਾਂ ਦੂਜੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਹਦੇ ਵਿੱਚ ਥੋੜਾ ਜਿਹਾ ਫਰਕ ਹੈਗਾ। ਰਹਾਉ ਦੀ ਜਿਹੜੀ ਜਗ੍ਹਾ ਨਿਸ਼ਚਿਤ ਕੀਤੀ ਗਈ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਵਿੱਚ ਥੋੜਾ ਜਿਹਾ ਫਰਕ 'ਚ ਹੈ। ਬਾਕੀ ਸਾਰੇ ਗੁਰੂ ਸਾਹਿਬਾਨ ਦੀ ਰਹਾਉ ਦਾ ਜਿਹੜਾ ਸਥਾਨ ਹੈਗਾ ਉਹ ਨਿਸ਼ਚਿਤ ਹੈ। ਸਭਨਾ ਮਰਨਾ ਆਇਆ, ਮੌਤ ਦੇ ਬਾਰੇ ਗੱਲ ਕਰਦੇ ਨੇ। ਸਭਨਾ ਸ਼ਬਦ ਜਦੋਂ ਵਰਤਾ ਤੇ ਸਭਨਾ ਦਾ ਅਰਥ ਸਾਰੇ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ? ਕਹਿੰਦੇ ਜੋ ਉਪਜਿਓ ਸੋ ਬਿਨਸੈ। ਸਭਨਾ ਮਰਨਾ ਆਇਆ, ਵੇਛੋੜਾ ਸਭਨਾ। ਹਰ ਇੱਕ ਮਨੁੱਖ ਨੇ ਜਿਹਦਾ ਮਿਲਾਪ ਹੋਇਆ ਹੈ ਕਿਸੇ ਸਮੇਂ, ਜੋ ਜੇ ਇਕੱਠੇ ਹੋਏ ਨੇ, ਸੰਸਾਰ ਤੇ ਜਨਮ ਹੋਇਆ,
ਉਹਨੇ ਵਿਛੜਨਾ ਹੈ, ਜਿਹੜਾ ਆਇਆ ਹੈਗਾ ਉਹਨੇ ਜਾਣਾ ਹੈ। ਪਹਿਲੀ ਪੰਕਤੀ ਦੇ ਅਰਥ ਮੈਂ ਬੇਨਤੀ ਕਰਾਂ, ਜਦੋਂ ਆਪਾਂ ਬਿਲਕੁਲ ਰੋਕ ਕੇ ਪੜਾਂਗੇ ਨਾ ਤੇ ਇਹਦੇ ਅਰਥ ਵੀ ਸਪਸ਼ਟ ਹੀ ਹੁੰਦੇ ਜਾਣਗੇ। ਤੁਸੀਂ ਭਾਵੇਂ ਕਦੇ ਵੀ ਇਹ ਸ਼ਬਦ ਇਸ ਤੋਂ ਪਹਿਲਾਂ ਆਪਣੇ ਸ਼ਰਵਣਾਂ ਰਾਹੀਂ ਸ਼ਰਵਣ ਨਾ ਕੀਤਾ ਹੋਵੇ, ਪਰ ਜਦੋਂ ਸ਼ਬਦ ਨੂੰ ਬਿਲਕੁਲ ਵਿਸ਼ਰਾਮ ਦੇ ਕੇ ਆਪਾਂ ਰੁਕ ਕੇ ਪੜ੍ਹਦੇ ਜਾਵਾਂਗੇ ਨਾ ਤੇ ਅਰਥ ਵੀ ਨਾਲ ਦੀ ਨਾਲ ਸਪਸ਼ਟ ਹੁੰਦੇ ਜਾਣਗੇ। ਕਿਉਂਕਿ ਬਾਣੀ ਸਾਡਾ ਗੁਰੂ ਹੈ, ਤੇ ਜਿਹੜਾ ਗੁਰੂ ਹੁੰਦਾ ਨਾ, ਗੁਰੂ ਆਪਣੇ ਸ਼ਿਸ਼ ਨੂੰ ਕੁਝ ਜਿਹੜਾ ਹੈਗਾ ਰਿਪੀਟ ਨਹੀਂ ਕਰਾਉਂਦਾ ਹੁੰਦਾ, ਦ੍ਰਿੜ ਕਰਵਾਉਂਦਾ ਹੁੰਦਾ। ਤੇ ਗੁਰੂ ਉਨੀ ਦੇਰ ਤੱਕ ਛੱਡਦਾ ਨਹੀਂ ਹੁੰਦਾ ਜਿੰਨੀ ਦੇਰ ਤੱਕ ਸ਼ਾਗਿਰਦ ਸਿੱਖ ਨਾ ਜਾਵੇ। ਬਦਕਿਸਮਤੀ ਸ਼ਾਗਿਰਦ ਦੀ ਹੋ ਸਕਦੀ ਹੈ ਵੀ ਸ਼ਾਗਿਰਦ ਗੁਰੂ ਦੇ ਸਨਮੁਖ ਨਾ ਬੈਠੇ, ਤੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਉਹ ਕਹਿੰਦੇ ਜੇ ਕੋਈ ਸਨਮੁਖ ਹੋ ਗਿਆ ਤੇ ਫਿਰ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਹੈ ਨਾ, ਤੇ ਫਿਰ ਕਹਿੰਦੇ ਜਿਹੜਾ ਸਨਮੁਖ ਹੋ ਗਿਆ ਨਾ ਤੇ ਗੁਰੂ ਫਿਰ ਉਹਦੇ ਜੀ ਦੇ ਨਾਲ, ਜੀਵਨ ਦੇ ਨਾਲ ਰਹਿੰਦਾ। ਜਿਹੜਾ ਸ਼ਬਦ ਅਸੀਂ ਵਰਦੇ ਨਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੂੰ ਇੱਕ ਵਾਰੀ ਸਨਮੁਖ ਹੋਈ, ਗੁਰੂ ਤੇਰੇ ਅੰਤਰ ਆਤਮੇ ਦੇ ਨਾਲ ਬਹਿ ਜਾਏਗਾ, ਤੇਰੇ ਅੰਤਰ ਆਤਮੇ ਨੂੰ ਸੰਭਾਲੇਗਾ। ਅੰਤਰ ਆਤਮੇ ਸੰਭਾਲੇ, ਇਸੇ ਪੌੜੀ ਦੇ ਵਿੱਚ ਜ਼ਿਕਰ ਆਉਂਦਾ। ਅੰਤਰ ਆਤਮੇ ਨੂੰ, ਹਿਰਦੇ ਨੂੰ ਸੰਭਾਲਣਾ ਸ਼ੁਰੂ ਕਰ ਦੇਗਾ। ਤੇ ਅੱਜ ਕੀ ਹੈ, ਜਦੋਂ ਕਿਸੇ ਘਰ ਵਿੱਚ ਦੁੱਖ ਆਉਂਦਾ ਤੇ ਉਹਦਾ ਹਿਰਦਾ ਡੋਲਦਾ ਹੁੰਦਾ, ਫਿਰ ਗੁਰੂ ਦੇ ਸਨਮੁਖ ਬੈਠ, ਤੇਰੇ ਹਿਰਦੇ ਨੂੰ ਗੁਰੂ ਸੰਭਾਲੇ। ਸਰੀਰ ਨੂੰ ਜਦੋਂ ਵੀਕਨੈਸ ਆਉਂਦੀ, ਸਰੀਰ ਕਮਜ਼ੋਰ ਹੁੰਦਾ ਤੇ ਉਹਨੂੰ ਕੋਈ ਸਹਾਰਾ ਦੇ ਦਿੰਦਾ ਸਰੀਰਕ ਰੂਪ ਵਿੱਚ, ਪਰ ਜਿਸ ਦਿਨ ਮਨ ਕਮਜ਼ੋਰ ਹੁੰਦਾ, ਮਨ ਨੂੰ ਸਰੀਰ ਦੇ ਸਹਾਰੇ ਕੰਮ ਨਹੀਂ ਕਰਦੇ। ਕਿਉਂਕਿ ਜਿਹੜਾ ਚਿੱਤ ਹੁੰਦਾ ਹੈ, ਇਹਨੂੰ ਗੁਰੂ ਦੇ ਸ਼ਬਦ ਦਾ ਹੋੜਾ ਹੀ ਕੰਮ ਕਰਦਾ ਹੁੰਦਾ ਹੈ। ਕਿਤੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਬੋਲ ਪੜੋ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਆਸਰਾ ਮਿਲਦਾ ਹੈਗਾ, ਮਨ ਨੂੰ ਧਰਵਾਸ ਮਿਲਦਾ ਹੈ। ਤੇ ਆਪਾਂ ਗੁਰੂ ਤੋਂ ਇੱਕ ਸ਼ਬਦ ਲੈ ਲਿਆ ਹੈਗਾ, ਸਤਿਗੁਰੂ ਇਸ ਸ਼ਬਦ ਦੇ ਰਾਹੀਂ ਹੁਣ ਸਾਨੂੰ ਆਸਰਾ ਦਿਓ। ਤੇ ਸਤਿਗੁਰੂ ਨੇ ਪਹਿਲਾ ਆਸਰਾ ਕੀ ਦਿੱਤਾ? ਸਤਿਗੁਰੂ ਕਹਿੰਦੇ ਭਾਈ, ਜੇ ਤੁਹਾਡਾ ਕੋਈ ਵਿਛੜ ਗਿਆ ਹੈਗਾ ਤੇ ਇਸ ਧਰਤੀ ਤੇ ਕਿਸੇ ਨੇ ਵੀ ਸਦਾ ਮਿਲਿਆ ਨਹੀਂ ਰਹਿਣਾ, ਕਿਸੇ ਨਾ ਕਿਸੇ ਰੂਪ ਵਿੱਚ ਹਰ ਇੱਕ ਚੀਜ਼ ਵਿਛੜਦੀ ਹੈ। ਅੱਜ ਤੇਰੇ ਤੋਂ ਕੋਈ ਵਿਛੜਿਆ ਹੈ, ਤੂੰ ਇੱਕ ਦਿਨ ਆਪਣੇ ਆਪ ਤੋਂ ਵੀ ਵਿਛੜ ਜਾਣਾ, ਆ ਵੀ ਸਮਾਂ ਆਏਗਾ। ਇਹਨੇ ਕਿਹੜਾ ਸਦਾ ਰਹਿਣਾ, ਇਹਨੇ ਵੀ ਤਾਂ ਆਪਣੇ ਆਪ ਤੋਂ ਵਿਛੜਨਾ ਨਾ, ਇੱਕ ਦਿਨ ਵੱਖਰਾ ਹੋਣਾ। ਜਿਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫਿਰ ਇਸ ਰੂਪ ਦੇ ਵਿੱਚ ਬਾਬਾ ਭੀਖਨ ਜੀ ਤੋਂ ਪੁੱਛੋ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ ਰੁੰਦਾ ਕੰਠ, ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪ੍ਰਾਨੀ। ਫਿਰ ਉਸ ਵਕਤ ਵੀ ਫਿਰ ਕੀ ਹੋਏਗਾ? ਰਾਮ ਰਾਏ ਹੋਏ ਵੈਦ ਬਨਵਾਰੀ। ਤੇ ਉਸ ਵਕਤ ਕੀ ਹੋਏਗਾ? ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਆਪਣੇ ਸੰਤਾਂ ਲਿਓ ਸਨਮੁਖ ਹੋਇਆ ਨੂੰ ਉਹ ਫਿਰ ਸ਼ਬਦ ਦਾ ਆਸਰਾ ਦੇ ਕੇ ਉਬਾਰ ਲਏਗਾ। ਇਸੇ ਕਰਕੇ ਫਿਰ ਸ਼ਬਦ ਦਾ ਆਸਰਾ ਲੈਂਦੇ, ਸ਼ਬਦ ਦਾ ਸਹਾਰਾ ਲੈਂਦੇ। ਤੇ ਸ਼ਬਦ ਅੱਜ ਸਾਨੂੰ ਕੀ ਕਹਿ ਰਿਹਾ ਹੈ? ਸਭਨਾ ਮਰਨਾ ਆਇਆ ਵੇਛੋੜਾ ਸਭਨਾ। ਤੇ ਫਿਰ ਅਗਲੇਰੀ ਬਾਤ ਵੀ ਕਹਿੰਦੇ ਪੁੱਛੋ ਜਾਏ ਸਿਆਣਿਆਂ, ਆਗੇ ਮਿਲਣ ਕਿ ਨਾ। ਕਈ ਵਾਰੀ ਸ਼ਬਦ ਕਹਿੰਦੇ ਨੇ, ਜਦੋਂ ਅਰਥ ਕਰਦੇ ਨੇ ਨਾ, ਚਲੋ ਮੇਰੇ ਵਰਗੇ ਅਲਪੱਗ ਥੋੜੀ ਮੱਤ ਵਾਲੇ ਜਦੋਂ ਅਰਥ ਕਰਨ ਬੈਠ ਜਾਂਦੇ ਨੇ, ਤੇ ਉਦੋਂ ਫਿਰ ਇਹ ਕਹਿੰਦੇ ਨੇ, ਉਹ ਕਹਿੰਦੇ ਅੱਗੇ ਮਿਲਣ ਕਿ ਨਾ, ਕਹਿੰਦੇ ਅੱਗੇ ਮਿਲਣਾ ਹੈ ਕਿ ਨਹੀਂ ਮਿਲਣਾ ਹੈ। ਨਹੀਂ, ਜੇ ਮਿਲਣਾ ਹੈ ਕਿ ਨਹੀਂ ਮਿਲਣਾ ਹੈ ਇਹ ਅਰਥ ਹੁੰਦਾ ਤੇ ਫਿਰ ਨੰਨਾ ਹਾਹੇ ਨੂੰ ਸਿਹਾਰੀ ਲੱਗ ਜਾਣੀ ਸੀ। ਅੱਗੇ ਮਿਲਣ ਕਿ ਨਾ ਹੈ, ਮਿਲਣ ਕੇ ਨਾ ਹੈ, ਫਿਰ ਇਸ ਤਰ੍ਹਾਂ ਮੰਨਣਾ ਸੀ। ਇੱਥੇ ਸ਼ਬਦ ਅੱਗੇ ਮਿਲਣ ਕਿੰਨਾ, ਕੌਣ, ਹੂ, ਕਿਹੜੇ, ਕਿੰਨਾ ਦਾ ਮਿਲਾਪ ਹੋਏਗਾ। ਆਪਾਂ ਇਹ ਵੀ ਜਾਣਨਾ ਕਿ ਅੱਗੇ ਮਿਲਾਪ ਕਿੰਨਾ ਦਾ ਹੋਏਗਾ, ਤੇ ਆਪਾਂ ਇਹ ਵੀ ਜਾਣਨਾ ਕਿ ਵਿਛੋੜੇ ਦਾ ਪ੍ਰਭਾਵ ਕੀ ਹੈ, ਵਿਛੋੜਾ ਕੀ ਹੈ। ਕਿਉਂਕਿ ਜਦੋਂ ਵਿਛੋੜੇ ਦਾ ਪ੍ਰਭਾਵ ਪੈਂਦਾ, ਮਨੁੱਖ ਟੁੱਟ ਜਾਂਦਾ ਹੈ। ਤੇ ਉਹਨਾਂ ਵਿਛੋੜਿਆਂ ਚੋਂ ਵੈਸੇ ਸਭ ਤੋਂ ਵੱਡਾ ਵਿਛੋੜਾ ਤਾਂ ਇਹ ਹੈ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਸਭ ਤੋਂ ਵੱਡਾ ਵਿਛੋੜਾ ਤਾਂ ਇਹ ਹੈ। ਪਰ ਸੰਸਾਰਕ ਰੂਪ ਦੇ ਵਿੱਚ ਵੀ ਜਿਹੜੀ ਰਿਸ਼ਤੇ ਦੀ, ਜਿਹੜੀ ਚੀਜ਼ ਦੀ ਜਿੰਨੀ ਅਹਿਮੀਅਤ ਹੁੰਦੀ, ਉਹਦੇ ਵਿਛੋੜੇ ਦਾ ਪ੍ਰਭਾਵ ਉਹੋ ਜਿਹਾ ਸਰੀਰ ਦੇ ਉੱਤੇ ਪੈ ਜਾਂਦਾ। ਮੈਂ ਇੱਕ ਦੋ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਲੈ ਲੈਣੀਆਂ, ਤੇ ਆਪਾਂ ਉਹਨਾਂ ਉਦਾਹਰਨਾਂ ਦੇ ਰਾਹੀਂ ਵਿਛੋੜੇ ਦੇ ਭਾਵ ਨੂੰ ਸਭ ਤੋਂ ਪਹਿਲਾਂ ਵਿਛੋੜਾ ਸ਼ਬਦ ਸਮਝਾਂਗੇ। ਕਿਉਂਕਿ ਆਪਾਂ ਵਿਛੋੜੇ ਦੇ ਭਾਵ ਦੇ ਵਿੱਚ ਬੈਠੇ ਆ ਨਾ, ਤਾਂ ਵਿਛੋੜਾ ਸ਼ਬਦ ਸਮਝ ਲਈਏ। ਵਿਛੋੜਾ ਕੀ ਕਰਦਾ ਹੈ ਤੇ ਇਸ ਪ੍ਰਭਾਵ ਤੋਂ ਫਿਰ ਬਚਿਆ ਕਿਵੇਂ ਜਾਏ। ਕਿਉਂਕਿ ਗੁਰੂ ਸਾਹਿਬ ਉਹ ਵੈਦ ਨੇ ਨਾ, ਜਿਹੜੇ ਇਕੱਲੇ ਬਿਮਾਰੀ ਨਹੀਂ ਦੱਸਦੇ, ਨਾਲ ਹੱਲ ਵੀ ਦੱਸਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ
फंदा दवाई भी दिंदा ना वैद वैद तो संपूर्ण उसे नूं मन्निया जांदा ना। ते दूजी गल ये है भाई बेनती अगली होर करा भाई गुरदास जी एक गल होर भी कहंदे ने वो कहंदे वैद कोलों वो कहंदे भी पुछे दवाइयां ते खात औखद न संजम से कैसे होए निरोग कैसे दुखा घाण पाई है। आ भी हो सकता ना भी आपां संजम नाल दवाई ना खांदे होइए वैद दी दवाई तो ठीक होवे। आपां वो भी नाल नाल समझना है कि गुरु दे इस सिद्धांत नूं समझना ते अपने जीवन विच दवाई दे रूप दे विच अप्लाई किवें करना मैडिसन दे रूप दे विच। खर सतगुरु पातशाह कहंदे ने जिहड़ा विछोड़ा हैगा विछोड़े का प्रभाव की है। गुरु ग्रंथ साहिब की बाणी नूं तुसीं जदों पढ़दे हो ना अंतली बाणी जिहड़ी वारां ते वधीक श्लोक वारां ते वधीक कई बारी साडे अजकल जिवें असीं कुछ शॉर्ट जिहड़ा हैगा ना वो शॉर्ट करन लगे हर एक चीज़ नूं वो कहंदे वधीक पढ़दे हो जी नहीं नहीं वारां ते वधीक वारां तों वधे होए ਇਹਦੇ ਪੰਜਾਬੀ ਚ अर्थ बन गए वारां तो वधे होए श्लोक वारां ते पुराने समय च अज किसी फलानी चीज तो वध गई उदों कहंदे वारां ते वधीक वारां तो वध गए। गुरु ग्रंथ साहिब की बाणी दे विच 22 वारां ने ते 22 वारां वार जिहड़ी वार दा शुद्ध रूप पौड़ियां हुंदियां ने। प्रोफैसर शमशेर सिंह अशोक ने प्राप्तन वारां ते जंगनामे एक किताब लिखी लाइब्रेरी ਦੇ ਵਿੱਚ वैसे ਜਿਹੜੀਆਂ ਸ਼੍ਰੋਮਣੀ ਕਮੇਟੀ ਨੇ ਲਾਇਬ੍ਰੇਰੀਆਂ ਭੇਜੀਆਂ ਨੇ ਨਾ ਉਹਨਾਂ ਦੇ ਵਿੱਚੋਂ ਕਿਤਾਬ ਹੈਗੀ ਹੈ ਜੇ ਤੁਹਾਡਾ ਸਮਾਂ ਲੱਗੇ ਤੇ ਪੜ੍ਹ ਲਿਆ ਜੇ ਸਾਰੀਆਂ ਵਾਰਾਂ ਦਰਜ ਨੇ ਉਹਦੇ ਵਿੱਚ ਪ੍ਰਾਪਤਨ ਵਾਰਾਂ ਤੇ ਜੰਗਨਾਮੇ। ਉਹਦੇ ਵਿੱਚ ਮੈਂ ਜਿੰਨੀਆਂ ਕੁ ਵਾਰਾਂ ਪੜ੍ਹੀਆਂ ਜਾਂ ਹੋਰ ਵੀ ਵਾਰਾਂ ਪੜ੍ਹਨ ਦਾ ਜਿੰਨਾ ਕੁ ਵਕਤ ਮਿਲਿਆ ਉਹਦੇ ਵਿੱਚ ਵਾਰਾਂ ਨੂੰ ਪੌੜੀਆਂ ਦੇ ਰੂਪ ਵਿੱਚ ਹੀ ਲਿਖਿਆ ਜਾਂਦਾ। ਗੁਰੂ ਗ੍ਰੰਥ ਸਾਹਿਬ ਵਿੱਚ 2 ਵਾਰਾਂ ਨੇ ਜਿਹੜੀਆਂ ਸ਼ੁੱਧ ਰੂਪ 'ਚ ਨੇ 22 ਵਾਰਾਂ ਨੇ 22 ਦੇ ਵਿੱਚੋਂ 2 ਵਾਰਾਂ ਦਾ ਪ੍ਰਾਪਤਨ ਸ਼ੁੱਧ ਰੂਪ ਹੈ। बाकी ਦੀਆਂ ਜਿਹੜੀਆਂ ਵਾਰਾਂ ਨੇ ਉਹ ਗੁਰੂ ਸਾਹਿਬ ਨੇ ਸ਼ਲੋਕਾਂ ਦੀ ਮਿਲਾਣ ਦੇ ਨਾਲ ਉਹਨਾਂ ਨੂੰ ਅਧਿਆਤਮਿਕ ਰੂਪ ਦੇਤਾ। ਬਾਕੀ ਦੀਆਂ ਵਾਰਾਂ ਨੂੰ ਅਧਿਆਤਮਿਕ ਰੂਪ ਦਿੱਤਾ। 2 ਵਾਰਾਂ ਪ੍ਰਾਪਤਨ ਸ਼ੁੱਧ ਰੂਪ ਵਿੱਚ ਨੇ। ਇੱਕ ਵਾਰ ਦੇ ਵਿੱਚ 8 ਪੌੜੀਆਂ ਨੇ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ ਇਹ ਵਾਰ ਹੈ ਮੈਂ ਨਾ ਭੁੱਲਦਾ ਹੋਵਾਂ ਤੇ ਸ਼ਾਇਦ 967 ਅੰਗ ਦੇ ਉੱਤੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਰਾਗ ਰਾਮਕਲੀ ਦੇ ਵਿੱਚ। ਤੇ ਦੂਜੀ ਵਾਰ ਹੈਗੀ ਹੈ ਬਸੰਤ ਕੀ ਵਾਰ ਜਿਹਦੇ ਵਿੱਚ 5 ਪੌੜੀਆਂ ਨੇ ਕੱਲੀਆਂ ਪੌੜੀਆਂ ਇਹ ਵਾਰਾਂ ਦਾ ਸ਼ੁੱਧ ਰੂਪ ਹੈ। ਪਰ ਗੁਰੂ ਸਾਹਿਬ ਨੇ ਵਾਰਾਂ ਉਹ ਵਾਰਾਂ ਨਹੀਂ ਸੰਦਰਜ ਕੀਤੀਆਂ। ਸਤਿਗੁਰਾਂ ਨੇ ਵਾਰਾਂ ਦੇ ਵਿੱਚ ਸਾਡੇ ਅਧਿਆਤਮਿਕ ਜਿਹੜਾ ਹੈਗਾ ਸਾਡੀ ਰੂਹਾਨੀਅਤ ਤੇ ਮਾਇਕੀ ਪਦਾਰਥਾਂ ਦਾ ਜਿਹੜਾ ਆਪਸੀ ਜਿਹੜਾ ਕਸ਼ਮਕਸ਼ ਚੱਲਦੀ ਰਹਿੰਦੀ ਹੈ ਵਾਰਾਂ ਵਿੱਚ ਉਹਨੂੰ ਦਰਜ ਕੀਤਾ ਸੀ। ਤਾਂ ਸਤਿਗੁਰਾਂ ਨੇ ਫਿਰ ਨਾਲ ਸ਼ਲੋਕ ਦਰਜ ਕਰਤੇ। ਜਦੋਂ ਵਾਰ ਦੇ ਨਾਲ ਸ਼ਲੋਕ ਦਰਜ ਹੋ ਜੇ ਵਾਰ ਕੱਲੀ ਲੜਾਈ ਦਾ ਰੂਪ ਹੈ ਲੜਨ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ। ਇਹ ਵਾਰਾਂ ਕੀ ਨੇ ਜੋਸ਼ੀਲਾ ਕਨਸੈਪਟ ਹੈ ਪਰ ਜਦੋਂ ਉਹਦੇ ਨਾਲ ਸ਼ਲੋਕ ਦਰਜ ਹੋ ਗਿਆ ਤਾਂ ਉਤਸ਼ਾਹ ਕਿਹੜੀ ਚੀਜ਼ ਦਾ ਅਧਿਆਤਮਿਕਤਾ ਦਾ ਉਤਸ਼ਾਹ ਸੱਚ ਦੇ ਰਸਤੇ ਤੇ ਤੁਰਨ ਦਾ ਚਾਹ ਕਿ ਮੋਹੇ ਮਰਨੇ ਕਾ ਚਾਓ ਹੈ ਪਰ ਅਗਲੇ ਅਧਿਆਤਮਿਕਤਾ ਕੀ ਹੈਗਾ ਮਰੋ ਤਾਂ ਹਰ ਕੇ ਦੁਆਰ। ਇਹ ਸਪਿਰਿਚੁਅਲਿਟੀ ਹੋ ਗਈ ਨਾਲ 2 ਚੀਜ਼ਾਂ ਮਰਨ ਦਾ ਚਾਹ ਪਰ ਕਿਹੜੀ ਚੀਜ਼ ਵਾਸਤੇ ਪਦਾਰਥਾਂ ਵਾਸਤੇ ਨਹੀਂ ਮਰੋ ਤਾਂ ਹਰ ਕੇ ਦੁਆਰ ਸੱਚ ਵਾਸਤੇ ਮਰਨ ਦੀ ਉਤਸ਼ਾਹ। ਇਸੇ ਕਰਕੇ ਵਾਰਾਂ ਦੇ ਵਿੱਚ ਨਾਲ ਸ਼ਲੋਕ ਦਰਜ ਕੀਤੇ। ਸਤਿਗੁਰਾਂ ਨੇ 22 ਵਾਰਾਂ ਦੇ ਵਿੱਚੋਂ 20 ਵਾਰਾਂ ਵਿੱਚ ਸ਼ਲੋਕ ਦਰਜ ਕੀਤੇ ਤੇ ਜਿਹੜੇ ਸ਼ਲੋਕ ਵੱਧ ਗਏ ਉਹਨਾਂ ਸ਼ਲੋਕਾਂ ਨੂੰ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਤਲੀ ਰਾਗ ਮੁਕਤ ਬਾਣੀ ਦੇ ਰੂਪ ਵਿੱਚ ਦਰਜ ਕਰ ਦਿੱਤਾ। ਭੱਟ ਸਾਹਿਬਾਨ ਦੇ ਸਵਈਆਂ ਤੋਂ ਉਪਰੰਤ ਵਾਰਾਂ ਤੇ ਵਧੇਕ ਸ਼ਲੋਕ 1400 ਤੇ 10 ਅੰਕ ਤੋਂ ਆਰੰਭ ਹੁੰਦੇ ਨੇ ਜਿਹੜੇ ਭੋਗ ਦੇ ਸ਼ਲੋਕਾਂ ਸਮੇਤ 1429 ਅੰਕ ਤੱਕ ਦਰਜ ਨੇ। ਵਾਰਾਂ ਤੇ ਵਧੇਕ ਸ਼ਲੋਕ ਤੇ ਵਾਰਾਂ ਤੇ ਵਧੇਕ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਦ੍ਰਿਸ਼ਟਾਂਤ ਦਿੱਤਾ ਵਿਛੋੜੇ ਦਾ। ਵਿਛੋੜੇ ਦਾ ਦ੍ਰਿਸ਼ਟਾਂਤ ਦਿੱਤਾ। ਵਿਛੋੜਾ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੁਨੀਆ ਦੇ ਇੱਕ ਐਸੇ ਰਹਿਬਰ ਹੈ ਲੱਖਾਂ ਲੋਕਾਂ ਨੂੰ ਮਿਲੇ ਨੇ ਆਪਣੇ ਸਮੇਂ ਦੇ ਵਿੱਚ 70 ਸਾਲ 5 ਮਹੀਨੇ ਤੇ 17 ਦਿਨ ਦੀ ਆਰਬਲਾ ਵਿਦਵਾਨ ਜਨ ਜਿਹੜੇ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਜਿਨ੍ਹਾਂ ਨੇ ਘਾਲਣਾ ਘਾਲੀ ਲਿਖਿਆ ਜਿਨ੍ਹਾਂ ਨੇ ਜੀਵਨ ਉਹ ਇੰਨੀ ਕੁ ਆਰਬਲਾ ਦੱਸਦੇ ਨੇ 70 ਸਾਲ 5 ਮਹੀਨੇ ਤੇ 17 ਦਿਨ ਦਾ ਸਮਾਂ। ਇਸ ਸਮੇਂ ਦੇ ਵਿੱਚੋਂ ਪਹਿਲੇ 35 ਵਰੇ ਸਤਿਗੁਰਾਂ ਨੇ ਕੁਝ ਤਲਵੰਡੀ ਤੇ ਕੁਝ ਸੁਲਤਾਨਪੁਰ ਲੋਧੀ ਦੇ ਵਿੱਚ ਬਤੀਤ ਕੀਤੇ। ਜ਼ਿੰਦਗੀ ਦੇ ਆਖਰੀ 15 ਵਰੇ ਸਤਿਗੁਰਾਂ ਨੇ ਕਰਤਾਰਪੁਰ ਸਾਹਿਬ ਬਤੀਤ ਕੀਤੇ। ਕਿੰਨੇ ਵਰੇ ਰਹਿ ਗਏ ਸਤਿਗੁਰਾਂ ਕੋਲ ਦੁਨੀਆ ਦਾ ਭ੍ਰਮਣ ਕਰਨ ਵਾਸਤੇ?
20 ਵਰੇ 20 ਵਰੇ ਹੀ ਸਤਿਗੁਰਾਂ ਨੇ ਉਦਾਸੀਆਂ ਕੀਤੀਆਂ ਨੇ। ਵਿਚਕਾਰ ਦੀ ਜਦੋਂ ਕਰਤਾਰਪੁਰ ਸੀਗੇ ਉਦੋਂ ਚੱਲ ਬਟਾਲੇ ਜਾਂ ਇਸ ਤਰ੍ਹਾਂ ਦੀਆਂ ਛੋਟੀਆਂ ਉਦਾਸੀਆਂ ਉਹਨਾਂ ਦਾ ਜ਼ਿਕਰ ਆਉਂਦਾ ਹੈ। ਪਰ ਸਤਿਗੁਰੂ ਪਾਤਸ਼ਾਹ ਕੋਲ 20 ਵਰੇ ਸੀ ਤੇ 20 ਵਰਿਆਂ ਦੇ ਵਿੱਚ ਸੱਚ ਦਾ ਉਪਦੇਸ਼ ਪੂਰੀ ਲੁਕਾਈ ਦੇ ਵਿੱਚ ਦੇਣਾ ਸੀਗਾ। ਉਪਦੇਸ਼ ਦੇਣ ਵਾਸਤੇ ਤੁਰੇ, ਸਮਾਂ ਥੋੜਾ ਸੀ, ਬੀਜ ਬੜੇ ਦੂਰ ਤੱਕ ਕੇਰਨੇ ਸਨ ਸੱਚ ਦੇ। ਇਸ ਕਰਕੇ ਸਤਿਗੁਰੂ ਜਿਨ੍ਹਾਂ ਨੂੰ ਵੀ ਮਿਲੇ ਜ਼ਿੰਦਗੀ 'ਚ ਪਹਿਲੀ ਵਾਰੀ ਮਿਲੇ ਤੇ ਆਖਰੀ ਵਾਰੀ ਮਿਲੇ। ਇਹ ਗੱਲ ਤੁਸੀਂ ਧਿਆਨ 'ਚ ਰੱਖਿਓ। ਬਹੁਤ ਰੇਅਰ ਆਫ ਰੇਅਰਸਟ, ਵਿਰਲਿਆਂ 'ਚੋਂ ਵਿਰਲੇ ਬੰਦੇ ਹੋਣਗੇ ਜਿਨ੍ਹਾਂ ਨੂੰ ਦੂਜੀ ਵਾਰੀ ਮਿਲਣ ਦਾ ਮੌਕਾ ਗੁਰੂ ਸਾਹਿਬ ਦੇ ਨਾਲ ਪ੍ਰਾਪਤ ਹੋਇਆ। ਉਹਨਾਂ ਦੇ ਵਿੱਚੋਂ ਇੱਕ ਭਾਈ ਲਾਲੋ ਜੀ ਨੇ ਜਿਨ੍ਹਾਂ ਨੂੰ 3 ਵਾਰੀ ਮਿਲੇ ਨੇ ਸਤਿਗੁਰੂ। ਉਹਨਾਂ ਦੇ ਕੋਲ ਸਤਿਗੁਰੂ, ਕਿਉਂਕਿ ਇੱਕ ਵਾਰੀ 22 ਦਿਨ ਵੀ ਰਹੇ, ਇੱਕ ਵਾਰੀ ਉਹਨਾਂ ਦੀ ਬੇਟੀ ਦੀ ਸ਼ਾਦੀ ਜਦੋਂ ਹੋਈ ਉਦੋਂ ਵੀ, ਮੈਂ ਪਿਛਲੇ ਸਾਲ ਜਿਹੜਾ ਹੈਗਾ YouTube ਦੇ ਉੱਤੇ ਵੀ ਸ਼ਾਇਦ ਉਹ ਪਿਆ ਹੋਏਗਾ ਕਨਸੈਪਟ, ਇੱਥੇ ਗੁਰਦੁਆਰਾ ਵਿਸ਼ਵਕਰਮਾ ਦੇ ਵਿੱਚ ਸਾਡਾ ਉਹ ਰੱਖਿਆ ਸੀਗਾ ਇਵੈਂਟ, ਉਹਦੇ ਵਿੱਚ ਉਹਦਾ ਜ਼ਿਕਰ ਕੀਤਾ ਸੀ। ਜਾਂ ਸਤਿਗੁਰੂ ਪਾਤਸ਼ਾਹ ਭੈਣ ਨਾਨਕੀ ਨੂੰ, ਕਿਉਂਕਿ ਉਹਨਾਂ ਦੇ ਨਾਲ ਤਾਂ ਪਤਾ ਨਹੀਂ ਜਨਮਾਂ ਜਨਮਾਂਤਰਾਂ ਦਾ ਸੰਬੰਧ ਆ, ਤਾਂ ਉਹਨਾਂ ਦੇ ਨਾਲ ਸਤਿਗੁਰਾਂ ਦਾ ਸਮਾਂ ਬਹੁਤ ਲੰਮਾ ਬਸ਼ਰ ਹੁੰਦਾ ਹੈ। ਜਾਂ ਫਿਰ 53 ਸਾਲ ਬਾਬੇ ਦੇ ਨਾਲ ਬਾਬੇ ਦਾ ਰਬਾਬੀ ਭਾਈ ਮਰਦਾਨਾ ਰਹੋ ਨੇ। ਨਹੀਂ ਤਾਂ ਬਹੁਤ ਵੱਡੇ ਤੋਂ ਵੱਡੇ ਮਨੁੱਖ ਵੀ ਇੱਕ ਵਾਰੀ ਮਿਲੇ, ਦੂਜੀ ਵਾਰੀ ਮਿਲਣ ਦਾ ਵਕਤ ਨਹੀਂ ਮਿਲਿਆ। ਤੇ ਜਿਹੜੇ ਪਹਿਲੀ ਵਾਰੀ ਮਿਲੇ ਉਹ ਆਖਰੀ ਵਾਰੀ ਮਿਲੇ। ਤੇ ਤੁਸੀਂ ਹੈਰਾਨ ਹੋਵੋਗੇ, ਗੁਰੂ ਨਾਨਕ ਦੀ ਦੂਜੀ ਜੋਤ ਦੇ ਵੀ ਕਈਆਂ ਨੂੰ ਤਾਂ ਦਰਸ਼ਨ 200 ਸਾਲ ਬਾਅਦ ਹੋਏ, ਕਿਉਂਕਿ 200 ਸਾਲ 200 ਵਰੇ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਫਿਰ ਪਰਤ ਕੇ ਉਹਨਾਂ ਥਾਵਾਂ ਤੇ ਗਏ। ਤਾਂ 200 ਵਰੇ ਬਾਅਦ ਵੀ ਸਤਿਗੁਰਾਂ ਦਾ ਪ੍ਰਭਾਵ ਕਿਸ ਤਰ੍ਹਾਂ ਦਾ ਹੋਏਗਾ, ਤੁਸੀਂ ਅੰਦਾਜ਼ਾ ਲਾ ਲਓ ਕਿ 200 ਵਰੇ ਬਾਅਦ ਵੀ 9ਵਾਂ ਸਰੀਰ ਆ ਗਿਆ ਹੈ ਤੇ ਉਹ ਲੋਕ, ਉੱਥੋਂ ਦੇ ਲੋਕ ਉਡੀਕ ਰਹੇ ਨੇ ਕਿ ਗੁਰੂ ਨਾਨਕ ਫਿਰ ਪਰਤ ਕੇ ਆਏਗਾ। ਉਹਨਾਂ ਦੀਆਂ ਕਈ ਪੀੜ੍ਹੀਆਂ ਲੰਘ ਗਈਆਂ ਹੋਣਗੀਆਂ। ਕਿੰਨਾ ਪ੍ਰਭਾਵ ਸੀ ਗੁਰੂ ਸਾਹਿਬ ਦਾ। ਸਤਿਗੁਰੂ ਜਦੋਂ ਜੀਵਨ ਦੇ ਵਿੱਚ ਭ੍ਰਮਣ ਕਰਦੇ ਨੇ ਤੇ ਉਹਨਾਂ ਨੇ ਅਨੇਕਾਂ ਥਾਵਾਂ ਨੂੰ ਵਰੋਸਾਇਆ ਤੇ ਸਤਿਗੁਰਾਂ ਨੇ ਜੋ ਕੁਝ ਜਿੱਥੇ ਜਿਹਦੇ ਨਾਲ ਮਿਲੇ ਉੱਥੇ ਮਿਲਦੇ ਸਤਿਗੁਰਾਂ ਨੇ ਜੋ ਕੁਝ, ਜਿਹੜੀ ਸਥਿਤੀ ਸੀ ਉਹਨਾਂ ਪਰਿਸਥਿਤੀਆਂ ਦੇ ਮੁਤਾਬਕ ਸ਼ਬਦ ਉਚਾਰਨ ਕੀਤੇ। ਜਿਸ ਤਰ੍ਹਾਂ ਅਸੀਂ ਅੱਜ ਵੀ ਸ਼ਬਦਾਂ ਦੀਆਂ ਉਥਾਨਕਾਵਾਂ ਪੜ੍ਹਦੇ ਕਿ ਸੱਜਣ ਨੂੰ ਜਦੋਂ ਮਿਲਦੇ ਨੇ ਤਾਂ ਉੱਥੇ ਸ਼ਬਦ ਜਿਹੜਾ ਉਚਾਰਨ ਕਰਦੇ ਨੇ। ਅੱਜ ਵੀ ਸੂਹੀ ਰਾਗ ਵਿੱਚ ਅੰਕਿਤ ਹੈ ਕਿ ਉੱਜਲ ਕਹਿਹਾਂ ਚਲਕਣਾ ਘੋਟ ਮਕਾਲੜੀ ਮਸ। ਜੇ ਕਿਤੇ ਨੂਰ ਉਨਸ਼ਾ ਨੂੰ ਮਿਲਦੇ ਨੇ ਤੇ ਉੱਥੇ ਸ਼ਬਦ ਜਿਹੜਾ ਉਚਾਰਨ ਕਰਦੇ ਨੇ ਕਿ ਜਾਏ ਪੁੱਛੋ ਸੁਹਾਗਣੀ ਵਾਹ ਹੈ ਕਿੰਨੀ ਬਾਤੀ ਸੋ ਪਈਏ ਆਪ ਗਵਾਈ ਹੈ ਤਾਂ ਸੋ ਪਈਆ ਔਰ ਕੈਸੀ ਚਤਰਾਈ। ਭੈਕੀਆਂ ਤੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ। ਇਹ ਜਾਦੂਗਰਨੀ ਨੂਰ ਉਨਸ਼ਾ ਦੇ ਨਾਲ ਜਿਹੜਾ ਵਾਰਤਲਾਪ ਹੁੰਦਾ, ਜੇ ਸਿੱਧਾਂ ਦੇ ਨਾਲ ਗੱਲਬਾਤ ਹੁੰਦੀ ਤਾਂ ਸਿੱਧ ਗੋਸ਼ਟ ਪੂਰੀ ਦੀ ਪੂਰੀ ਬਾਣੀ ਦਰਜ ਹੈ। ਜੇ ਦੱਖਣੀ ਓੰਕਾਰ, ਦੱਖਣ ਦੇ ਵਿੱਚ ਉਹਨਾਂ ਬ੍ਰਾਹਮਣਾਂ ਨਾਲ ਵਿਚਾਰ ਹੁੰਦੀ ਤੇ ਓੰਕਾਰ ਮੰਦਰ ਦੇ ਵਿੱਚ, ਤਾਂ ਉਹਦਾ ਦੱਖਣੀ ਓੰਕਾਰ ਦਰਜ ਹੈ ਬਾਣੀ। ਜੇਕਰ ਕਿਤੇ ਪੰਡਿਤ ਹਰਦਿਆਲ ਦੇ ਨਾਲ ਕੋਈ ਗੱਲਬਾਤ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਦਰਜ ਹੈ ਕਿ ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ। ਉਥਾਨਕਾਵਾਂ ਨੇ ਸ਼ਬਦਾਂ ਨੇ, ਤਾਂ ਉਥਾਨਕਾਂ ਤੋਂ ਬਿਨਾਂ ਵੀ ਕੁਝ ਸ਼ਬਦ ਉਚਾਰਨ ਹੋਏ ਨੇ ਜਿਹੜੇ ਸਤਿਗੁਰਾਂ ਦੇ ਅੰਤਰੀਵ ਭਾਵਾਂ ਦੇ ਵਿੱਚੋਂ ਧੁਰ ਅੰਤਰ ਚ ਪ੍ਰਗਟ ਹੁੰਦੇ ਸਨ। ਤੇ ਫਿਰ ਉਸ ਵਕਤ ਸਤਿਗੁਰੂ ਪਾਤਸ਼ਾਹ ਕਹਿੰਦੇ ਸੀ ਕਿ ਭਾਈ ਰਬਾਬ ਦੀਆਂ ਤਰਬਾਂ ਛੇੜ, ਬਾਣੀ ਆਈ ਹੈ ਕਾਈ ਸਿਫਤ ਖੁਦਾ ਦੀ ਕਰੀ। ਜਿਹੜਾ ਸ਼ਬਦ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਿਆ ਹਾਂ ਵਿਛੋੜੇ ਦੇ ਭਾਵ ਦੇ ਵਿੱਚ, ਇਹ ਸ਼ਬਦ ਵੀ ਇਸੇ ਤਰ੍ਹਾਂ ਉਚਾਰਨ ਹੋਇਆ। ਸਤਿਗੁਰੂ ਤੁਰੇ ਜਾ ਰਹੇ ਨੇ ਤੇ ਇੱਕ ਨਾ ਸਰੋਵਰ ਦੇ ਕਿਨਾਰੇ ਤੇ ਖਲੋ ਗਏ। ਸਰੋਵਰ ਦਾ ਕਿਨਾਰਾ ਬੜਾ ਰਮਣੀਕ ਹੈ, ਬੜਾ ਸੁਹਾਵਣਾ ਹੈ, ਬੜਾ ਸੋਹਣਾ। ਤੇ ਜਦੋਂ ਸਤਿਗੁਰੂ ਰੁਕਦੇ ਨੇ ਉਸ ਸਰੋਵਰ ਦੇ ਕਿਨਾਰੇ, ਚੁਗਿਰਦੇ ਵਿੱਚ ਪੰਛੀ ਚਹਿ ਚਹਾ ਰਹੇ ਨੇ, ਉਹਦੇ ਵਿੱਚ ਕਮਲ ਦੇ ਫੁੱਲ ਖਿੜੇ ਹੋਏ ਨੇ ਤੇ ਉਸ ਸਰੋਵਰ ਦੇ ਵਿੱਚ ਮੁਰਗਾਬੀਆਂ ਤੈਰ ਰਹੀਆਂ ਨੇ। ਪਾਣੀ ਬੜਾ ਸਾਫ਼ ਹੈ। ਉਹ ਸਾਫ਼ ਸੁਥਰੇ ਪਾਣੀ ਦੇ ਵਿੱਚ ਜਿਹੜਾ ਹੈਗਾ ਜਾਨਵਰ ਤੈਰ ਰਹੇ ਨੇ। ਚੁਗਿਰਦੇ 'ਚ ਹਰਾ ਘਾਹ ਹੈ। ਸਤਿਗੁਰੂ ਬੈਠੇ ਸਰੋਵਰ ਦੇ ਕਿਨਾਰੇ ਕੀਰਤਨ ਕੀਤਾ। ਸਾਹਿਬ ਪਾਤਸ਼ਾਹ ਇਸ ਸਰੋਵਰ ਦੇ ਕਿਨਾਰੇ ਤੋਂ ਅੱਗੇ ਲੰਘ ਗਏ। ਕਿਤੇ ਫਿਰ ਇਸੇ ਰਸਤੇ ਕੁਦਰਤੀ ਸਬੱਬੀ ਇਸ ਸਰੋਵਰ ਦੇ ਵੱਡੇ ਭਾਗ ਉਸ ਮਹਾਨ ਰਹਿਬਰ ਦਾ ਫਿਰ ਲੰਘਣਾ ਹੋਇਆ। ਅੱਜ ਇਸ ਸਰੋਵਰ ਦੇ ਕਿਨਾਰੇ ਖੜੇ ਤੇ ਸਰੋਵਰ ਦੀ ਕੋਈ ਪਹਿਚਾਣ ਨਹੀਂ ਆ ਰਹੀ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਨਾਲ ਵਾਰਤਾਲਾਪ ਸ਼ੁਰੂ ਕੀਤੀ। ਸਤਿਗੁਰੂ, ਕੀ ਅੱਖਾਂ ਨੂੰ ਯਕੀਨ ਨਹੀਂ ਆ ਰਿਹਾ ਇਹ ਉਹੀ ਸਰੋਵਰ ਹੈ? ਸਾਹਿਬ ਪਾਤਸ਼ਾਹ ਕਹਿੰਦੇ, ਭਾਈ ਮਰਦਾਨਿਆ, ਭਾਈ ਜੀ ਸਰੋਵਰ ਉਹੀ ਹੈ ਭਾਈ ਵੇ, ਪਰ ਕੁਝ ਨਾ ਕੁਝ ਵਾਪਰ ਗਿਆ ਇਹਦੇ ਨਾਲ। ਵਾਪਰਨ ਤੋਂ ਬਾਅਦ
ਇਸ ਦੀ ਇਹ ਸ਼ਕਲ ਸੂਰਤ, ਇਹਦੇ ਹਾਲ ਹਾਲਾਤ ਬਦਲ ਗਏ ਨੇ। ਜਦੋਂ ਇਹ ਗੱਲਬਾਤ ਹੁੰਦੀ, ਸਤਿਗੁਰੂ ਕਹਿੰਦੇ ਆਪਾਂ ਸਰੋਵਰ ਤੋਂ ਹੀ ਪੁੱਛ ਲੈਂਦੇ ਆ। ਮੈਂ ਇੱਕ ਬੇਨਤੀ ਕਰਾਂ, ਜਿੰਨੇ ਬਰੀਕ ਲੋਕ ਹੁੰਦੇ ਨੇ ਉਹਨਾਂ ਦੀਆਂ ਗੱਲਾਂ ਉਨੀਆਂ ਬਰੀਕ ਹੁੰਦੀਆਂ ਨੇ, ਉਨੀ ਬਰੀਕੀ ਨਾਲ ਕਰਦੇ ਹੁੰਦੇ ਨੇ। ਅਸੀਂ ਮੋਟੀ ਅਕਲ ਵਾਲੇ, ਸਾਨੂੰ ਸਮਝ ਨਹੀਂ ਆਉਂਦੀ, ਵੱਡਿਆਂ ਦੀਆਂ ਵੱਡੀਆਂ ਗੱਲਾਂ, ਅਸੀਂ ਨਿੱਕੇ, ਸਾਨੂੰ ਨਹੀਂ ਪਤਾ ਲੱਗਦਾ। ਅਸੀਂ ਤਰਕ ਵਿਤਰਕ ਵਿੱਚ ਪੈ ਕੇ ਕਹਿ ਦਿੰਦੇ ਕਿ ਕੋਈ ਬੰਦਾ ਕਿਸੇ ਸਰੋਵਰ ਨਾਲ ਵੀ ਗੱਲ ਕਰ ਸਕਦਾ ਹੈ। ਨਹੀਂ, ਜਿਨ੍ਹਾਂ ਨੇ ਗੱਲਾਂ ਕਰਨੀਆਂ ਨੇ ਉਹ ਮਿੱਟੀ ਦੇ ਕਿਣਕਿਆਂ ਨਾਲ ਵੀ ਗੱਲਾਂ ਕਰਦੇ ਨੇ, ਜ਼ਰਰਿਆਂ ਨਾਲ ਵੀ ਗੱਲਾਂ ਕਰਦੇ ਨੇ, ਕਿਉਂਕਿ ਜਿਹਨੇ ਕਾਇਨਾਤ ਦੇ ਕਾਦਰ ਨਾਲ ਗੱਲ ਕਰ ਲਈ ਤੇ ਕਾਦਰ ਜ਼ਰਰੇ ਜ਼ਰਰੇ ਵਿੱਚ ਲੀਨ ਹੈ। ਜਿਹਨੇ ਕਾਦਰ ਨੂੰ ਸਮਝ ਲਿਆ ਉਹ ਜ਼ਰਰੇ ਜ਼ਰਰੇ ਨਾਲ ਗੱਲਾਂ ਕਰਦਾ ਹੈ, ਕਿਉਂਕਿ ਕਾਦਰ ਹਰਕਤਾਂ ਤੇ ਮੌਜੂਦ ਹੈ। ਉਹਨੂੰ ਹਰ ਇੱਕ ਸ਼ੈ ਵਿੱਚ ਉਹ ਦਿਸਦਾ, ਉਹ ਗੱਲਾਂ ਕਰ ਸਕਦਾ ਹਰ ਇੱਕ ਚੀਜ਼ ਨਾਲ। ਗੁਰੂ ਨਾਨਕ ਪਿਤਾ ਫਿਰ ਸਰੋਵਰ ਦੇ ਨਾਲ ਗੱਲ ਸ਼ੁਰੂ ਕਰਦੇ, ਕਹਿੰਦੇ ਪੱਬਰ ਤੂੰ ਹਰੀਆਵਲਾ, ਤੂੰ ਬੜਾ ਸੋਹਣਾ ਸੈਂ। ਪੱਬਰ ਤੂੰ ਹਰੀਆਵਲਾ, ਕਵਲਾ ਕੰਚਨ ਵਨ। ਕਵਲਾ ਕੰਚਨ ਵਨ। ਕੰਚਨ, ਕੰਚਨ ਕਹਿੰਦੇ ਨੇ ਸੋਨੇ ਨੂੰ। ਕਹਿੰਦੇ ਤੂੰ ਬਹੁਤ ਸੋਹਣਾ ਸੈਂ, ਤੂੰ ਹਰਿਆਵਲਾ ਸੈਂ, ਤੇਰੇ ਵਿੱਚ ਕਮਲ ਦੇ ਸੋਨੇ ਵਰਗੇ ਫੁੱਲ ਖਿੜੇ ਹੋਏ ਸਨ। ਕੰਚਨ ਵਨ, ਸੋਨੇ ਵਰਗੇ। ਕਵਲਾ, ਕਮਲ ਦੇ ਫੁੱਲ ਸੋਨੇ ਵਰਗੇ। ਵੰਨ ਸੁਵੰਨੇ, ਅਸੀਂ ਆਮ ਹੀ ਸਾਡੀ ਭਾਸ਼ਾ ਦੇ ਸ਼ਬਦ ਨੇ, ਵੋਕੈਬਲਰੀ ਬਹੁਤ ਸਾਰੀ ਲੋਸਟ ਹੋ ਗਈ ਸਾਡੇ ਕੋਲੋਂ। ਅੱਜ ਅਸੀਂ ਇਹ ਸ਼ਬਦ ਵਰਤਦੇ ਨਹੀਂ ਤਾਂ ਪਹਿਲਾਂ ਸ਼ਬਦ ਵਰਤੇ ਸੀ। ਵੰਨ ਸੁਵੰਨੇ, ਬੰਨੋ ਬੰਨੇ, ਇਹ ਸ਼ਬਦ ਆਮ ਵਰਤੇ ਜਾਂਦੇ ਸੀ। ਪੱਬਰ ਤੂੰ ਹਰੀਆਵਲਾ, ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਹੈ। ਕੀ ਦੁੱਖ ਲੱਗਿਆ ਤੈਨੂੰ, ਤੂੰ ਕਾਲਾ ਪੈ ਗਿਆ, ਸੜ ਗਿਆ, ਕਿਹੜਾ ਦੁੱਖ ਲੱਗ ਗਿਆ ਤੈਨੂੰ? ਸਾਡੇ ਪੰਜਾਬੀ ਚ ਅਸੀਂ ਪਤਾ ਕੀ ਕਹਿੰਦੇ, ਕਿਉਂਕਿ ਅਸੀਂ ਮਾਲਵਾ ਬੈਲਟ ਚ ਰਹਿਣ ਵਾਲੇ ਨੇ, ਅਸੀਂ ਕਹਿੰਦੇ ਧੂਆਂ ਨਿਕਲ ਗਿਆ ਭਾਈ, ਧੁਆਂਖਿਆ ਗਿਆ ਭਾਈ ਸਰੀਰ ਇਹਦਾ। ਕਿਹਦੇ ਨਾਲ ਵਾਪਰਦੀ ਹੈ? ਦੇਖੋ ਭਾਈ, ਸਰੀਰਕ ਰੂਪ ਦੇ ਵਿੱਚ ਇਹ ਚੀਜ਼ ਇਹਨਾਂ ਪ੍ਰਭਾਵ ਨਹੀਂ ਪਾਉਂਦੀ। ਕਦੋਂ ਵਾਪਰਦਾ? ਡਾਰਕ ਸਰਕਲ ਕਦੋਂ ਬਣਦੇ ਨੇ, ਚਿਹਰਾ ਕਦੋਂ ਧੁਆਖ ਜਾਂਦਾ, ਧੂਆਂ ਕਦੋਂ ਨਿਕਲ ਜਾਂਦਾ ਬੰਦੇ ਦੇ ਜੀਵਨ ਚੋਂ? ਜਦੋਂ ਕੋਈ ਬਹੁਤ ਅਜੀਜ਼, ਬਹੁਤ ਨਜ਼ਦੀਕੀ, ਬਹੁਤ ਦੂਰ ਚਲਾ ਜਾਵੇ, ਆਹੀ ਹੁੰਦਾ ਨਾ। ਦੇਖੋ, ਬੇਨਤੀ ਇਹ ਹੈਗੀ ਵੀ ਮੈਂ ਤੁਹਾਡੇ ਚਰਨ ਝਾੜਨ ਦੀ ਸੇਵਾ ਕਰ ਰਿਹਾ, ਤੁਸੀਂ ਜਿੰਨਾ ਕੁ ਜਿਹੜਾ ਹੈਗਾ ਉਹਨੂੰ ਅੱਗੋਂ ਜਿਹੜਾ ਹੈਗਾ ਹੁੰਗਾਰਾ ਭਰੋਗੇ ਤੇ ਮੈਨੂੰ ਚੰਗਾ ਲੱਗੇਗਾ। ਮੈਨੂੰ ਇਹ ਲੱਗੇਗਾ ਵੀ ਜਿਹੜੀ ਮੈਂ ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ, ਮੇਰੀ ਸੇਵਾ ਖਿਦਮਤ ਖਾਦਮ ਦੀ ਤੁਸੀਂ ਪ੍ਰਵਾਨ ਕਰ ਰਹੇ ਹੋ। ਤਾਂ ਇਸ ਕਰਕੇ ਥੋੜਾ ਬਹੁਤਾ ਹੁੰਗਾਰਾ ਸੰਗਤ ਦੀ ਸਹੀ ਪੈ ਜਾਣੀ ਚਾਹੀਦੀ ਹੈ ਭਾਈ। ਜਿੱਥੇ ਸੰਗਤ ਦੀ ਸਹੀ ਪੈ ਜਾਵੇ ਉੱਥੇ ਸਤਿਗੁਰ ਬਖਸ਼ਿਸ਼ ਕਰ ਦਿੰਦਾ ਹੈ। ਕੀ ਹੁੰਦਾ ਹੈਗਾ ਜਦੋਂ ਕਿਸੇ ਮਨੁੱਖ ਦਾ ਜੀਵ ਸਰੀਰ ਧੁਆਂਖਿਆ ਜਾਵੇ, ਚਿਹਰਾ ਧੁਆਂਖਿਆ ਜਾਵੇ, ਕੀ ਵਾਪਰਦਾ ਹੈ? ਉਹ ਕਹਿੰਦੇ ਭਾਈ ਇਹਦੇ ਬਹੁਤ ਵੱਡੀ ਵਿਛੋੜੇ ਦੀ ਸੱਟ ਲੱਗੀ, ਤੇ ਉਸ ਸੱਟ ਨੇ ਕੀ ਕੀਤਾ? ਜੀਵਨ ਦੇ ਵਿੱਚੋਂ ਜਿਹੜਾ ਹੈਗਾ ਧੂਆਂ ਕੱਢ ਦਿੱਤਾ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਾਂ। ਭਾਈ ਨੰਦ ਲਾਲ ਜੀ ਦੀ ਗੱਲ ਤੁਹਾਡੇ ਚੇਤੇ? ਤੁਹਾਡੇ ਚੋਂ ਕਿਸੇ ਦੇ ਗੁਰੂ ਗੋਬਿੰਦ ਸਿੰਘ ਨਾਲ ਗੱਲਬਾਤ ਹੁੰਦੀ, ਜਦੋਂ ਕਲਗੀਧਰ ਪਾਤਸ਼ਾਹ ਇੱਕ ਸਵਾਲ ਪੁੱਛਦੇ ਹੋ, ਕਹਿੰਦੇ ਭਾਈ ਨੰਦ ਲਾਲ, ਆਕਾਸ਼ ਦੇ ਵਿੱਚ ਕਾਲੇ ਬੱਦਲ ਛਾਏ ਹੋਏ ਨੇ। ਬੜਾ ਪਿਆਰਾ ਪੁਰਖ ਸੀ ਭਾਈ ਨੰਦ ਲਾਲ, 7 ਕਿਤਾਬਾਂ ਲਿਖੀਆਂ ਉਹਨਾਂ ਨੇ, ਤੇ ਗੁਰੂ ਸਾਹਿਬ ਨੇ ਆਪ ਸਿਗਨੀਫਾਈ ਜਿਹੜਾ ਹੈਗਾ ਉਹਨਾਂ ਨੂੰ ਕੀਤਾ, ਆਪ ਸਿਗਨੀਫਿਕੇਟ। ਕਿੰਨੀ ਕੁ ਗੁਰੂ ਸਾਹਿਬ ਨਾਲ ਪਿਆਰ ਹੋਏਗਾ। ਸਹੀ ਭਾਈ ਸਤਿਗੁਰਾਂ ਨੇ ਆਪ ਆਪਣੇ ਹੱਥਾਂ ਨਾਲ ਸਿਗਨੇਚਰ ਕੀਤੇ। ਇੱਕ ਕਿਤਾਬ ਤਾਂ ਐਸੀ ਹੈ ਜਿਹਦਾ ਨਾਮ ਹੀ ਸਤਿਗੁਰਾਂ ਨੇ ਆਪ ਲਿਖਿਆ। ਉਹਨੇ ਕਿਤਾਬ ਲਿਖਤੀ, ਕਿਤਾਬ ਦਾ ਨਾਮ ਰੱਖਤਾ ਉਹਨੇ ਬੰਦਗੀਨਾਮਾ, ਤੇ ਗੁਰੂ ਸਾਹਿਬ ਦੇ ਅੱਗੇ ਰੱਖੀ ਨਾ ਜਦੋਂ ਲਿਆ ਕੇ। ਸਤਿਗੁਰੂ ਕਹਿੰਦੇ ਜ਼ਿੰਦਗੀ ਦੇ ਗਹਿਰੇ ਭੇਦ ਇਸ ਕਿਤਾਬ ਵਿੱਚ ਲਿਖੇ ਨੇ। ਸਤਿਗੁਰੂ ਕਹਿੰਦੇ ਇਹ ਕਿਤਾਬ ਤਾਂ ਜ਼ਿੰਦਗੀਨਾਮਾ ਭਾਈ। ਕਿਤਾਬ ਦਾ ਨਾਂ ਹੀ ਗੁਰੂ ਸਾਹਿਬ ਨੇ ਰੱਖਿਆ, ਜ਼ਿੰਦਗੀਨਾਮਾ। ਤੇ ਭਾਈ ਨੰਦ ਲਾਲ ਜੀ ਨਾਲ ਜਦੋਂ ਗੱਲ ਕਰਦੇ ਨਾ ਗੁਰੂ ਸਾਹਿਬ, ਤੇ ਸਤਿਗੁਰੂ ਕਹਿੰਦੇ ਭਾਈ ਨੰਦ ਲਾਲ, ਇਹ ਦੱਸ ਖਾਂ, ਇਹ ਆਕਾਸ਼ ਦੇ ਵਿੱਚ ਅੱਜ ਕਾਲੇ ਕਾਲੇ ਬੱਦਲ ਕਿਉਂ ਨੇ? ਤੇ ਭਾਈ ਨੰਦ ਲਾਲ ਪਤਾ ਕੀ ਕਹਿੰਦੇ ਨੇ? ਕਹਿੰਦੇ ਸਤਿਗੁਰੂ, ਤੁਹਾਨੂੰ ਇਹ ਕਾਲੇ ਬੱਦਲ ਲੱਗਦੇ ਨੇ? ਕਾਲੇ ਬੱਦਲ ਨਹੀਂ, ਇਹ ਉਹ ਧੂਆਂ ਹੈ ਜਿਹੜਾ ਤੁਹਾਡੇ ਤੋਂ ਵਿਛੜ ਕੇ, ਤੁਹਾਡੇ ਵਿਛੋੜੇ ਦੇ ਵਿੱਚ ਮੈਂ ਸਮਾਂ ਬਤੀਤ ਕੀਤਾ, ਤੇ ਜਿਹੜੇ ਮੇਰੇ ਹੌਕੇ ਨਿਕਲੇ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਭਾਈ ਨੰਦ ਲਾਲ ਜੀ ਕਹਿੰਦੇ ਨੇ ਇਹ ਗੱਲ। ਕਹਿੰਦੇ ਸਤਿਗੁਰੂ, ਤੁਹਾਡੇ ਤੋਂ ਵਿਛੋੜਾ ਪੈ ਗਿਆ, ਤੇ ਉਸ ਵਕਤ ਜਿਹੜੇ ਮੇਰੇ ਹੌਕੇ ਨਿਕਲੇ,
ਉਹਨਾਂ ਹੌਂਕਿਆਂ ਦੇ ਨਾਲ ਤੁਹਾਨੂੰ ਇਹ ਬੱਦਲ ਪ੍ਰਤੀਤ ਹੁੰਦੇ ਹੋਣਗੇ, ਪਰ ਮੇਰੇ ਹੌਂਕਿਆਂ ਨਾਲ ਇਹ ਆਕਾਸ਼ ਕਾਲਾ ਹੋ ਗਿਆ। ਬੋਲੋ ਸਤਨਾਮ ਸ੍ਰੀ। ਵਿਛੋੜੇ ਦਾ ਪ੍ਰਭਾਵ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿ ਦੋਖੜੇ ਸੜਿਓ ਹੈ। ਕਿਹੜੇ ਦੁੱਖ ਦੇ ਵਿੱਚ ਸੜ ਗਿਆ? ਨਾਨਕ ਮੈਂ ਤਨ ਭੰਗ। ਤੇਰਾ ਸਰੀਰ ਜਿਹੜਾ ਭੰਗ ਹੋ ਗਿਆ, ਸੁੰਦਰਤਾ ਭੰਗ ਹੋ ਗਈ ਤੇਰੀ। ਭੰਗ ਦਾ ਅਰਥ ਹੁੰਦਾ ਖਤਮ ਹੋ ਜਾਣਾ, ਖਤਮ ਹੋ ਜਾਣਾ। ਤੇ ਅਭੰਗ ਦਾ ਮਤਲਬ ਹੁੰਦਾ ਜਿਹੜਾ ਕਦੇ ਖਤਮ ਨਾ ਹੋਵੇ। ਇਸੇ ਕਰਕੇ ਜਦੋਂ ਆਪਾਂ ਸ਼ਬਦ ਵਰਦੇ ਨਾ, ਮੂਲ ਮੰਤਰ ਵੀ ਪੜ੍ਹਦੇ, ਤਾਂ ਉਦੋਂ ਸ਼ਬਦ ਭੰਗ ਨਹੀਂ ਪੜ੍ਹਨਾ, ਕਿਉਂਕਿ ਭੰਗ ਦਾ ਅਰਥ ਖਤਮ ਹੁੰਦਾ ਹੈ। ਸੈਭੰਗ, ਸੈਭੰਗ ਦਾ ਅਰਥ ਹੈ ਸੁਤੇ ਸਿੱਧ। ਜਦੋਂ ਕਿਤੇ ਸ਼ਬਦ ਕਈ ਵਾਰੀ ਬਹੁਤ ਯਤਨ ਕਰਦੇ ਨਾ ਜ਼ੋਰ ਦੇ ਕੇ ਪੜ੍ਹਨ ਦਾ, ਆਪਾਂ ਕਹਿੰਦੇ ਸੈ ਭੰਗ, ਬਿਲਕੁਲ ਗਲਤ ਹੋ ਜਾਂਦਾ ਸ਼ਬਦ। ਭੰਗ ਦਾ ਅਰਥ ਖਤਮ ਹੋਣਾ ਹੁੰਦਾ ਹੈ। ਕਰਤਾ ਕਦੇ ਖਤਮ ਹੋ ਸਕਦਾ ਹੈ? ਨਹੀਂ ਨਹੀਂ, ਅਕਾਲ ਪੁਰਖ ਖਤਮ ਹੋਣ ਵਾਲੀ ਸ਼ਖਸੀਅਤ ਹੀ ਨਹੀਂ। ਸੈਭੰਗ, ਭੰਗ, ਭੰਗ ਦਾ ਅਰਥ ਹੈ ਟੁੱਟਣਾ, ਤੇ ਅਭੰਗ ਦਾ ਅਰਥ ਹੈ ਕਦੇ ਨਾ ਟੁੱਟਣ ਵਾਲਾ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਦੇ ਨਾ ਟੁੱਟਣ ਵਾਲਾ, ਕਦੇ ਨਾ ਖਤਮ ਹੋਣ ਵਾਲਾ। ਕਰ ਸਤਿਗੁਰੂ ਕਹਿੰਦੇ ਨੇ ਤੇਰਾ ਤਨ ਭੰਗ ਹੋ ਗਿਆ। ਤੇ ਅੱਗੋਂ ਸਰੋਵਰ ਜਵਾਬ ਦਿੰਦਾ, ਉਹ ਕਹਿੰਦਾ ਜਾਣਾ, ਮੈਂ ਜਾਣਦਾ ਇਸ ਗੱਲ। ਪਰ ਪਤਾ ਕਿਉਂ ਵਾਪਰਿਆ ਸਤਿਗੁਰੂ ਜੀ ਮੇਰੇ ਨਾਲ ਸਾਰਾ ਕੁਝ? ਪਾਣੀ ਨਾ ਲਹਾ। ਜਾਣਾ ਮੈਂ ਜਾਣਦਾ, ਪਾਣੀ ਨਾ ਲਹਾ, ਮੈਨੂੰ ਪਾਣੀ ਨਹੀਂ ਪ੍ਰਾਪਤ ਹੋ ਰਿਹਾ, ਕਿਉਂਕਿ ਪਾਣੀ ਤੋਂ ਬਿਨਾਂ ਮੈਂ ਸੁੱਕ ਗਿਆ ਹਾਂ। ਜਿਹੜੀ ਹੰਸਲੀ ਦਾ ਪਾਣੀ ਵਗਦੇ ਹੋਏ ਦਰਿਆ ਚੋਂ ਮੈਨੂੰ ਮਿਲਦਾ ਸੀ, ਉਹ ਹੰਸਲੀ ਟੁੱਟ ਗਈ ਹੈ, ਮੈਨੂੰ ਪਾਣੀ ਨਹੀਂ ਮਿਲਦਾ। ਜੈ ਸੇਤੀ ਮੇਰਾ, ਜੈ ਸੇਤੀ ਮੇਰਾ ਸੰਗ, ਜਿਹਦੇ ਨਾਲ ਮੇਰਾ ਸੰਗ ਸੀ। ਹੁਣ ਮੈਂ ਇੱਕ ਬੇਨਤੀ ਕਰਦਾ, ਜੀਵਨ ਦੇ ਵਿੱਚ ਜਿਹਦੇ ਨਾਲ ਸੰਗ ਹੋਵੇ, ਤੇ ਜਦੋਂ ਸੰਗ ਟੁੱਟਦਾ ਜੀਵਨ ਦੇ ਵਿੱਚ ਕਾਲਖ ਆ ਜਾਂਦੀ, ਜੀਵਨ ਵਿੱਚ ਕਾਲਖ ਆ ਜਾਂਦੀ, ਜੀਵਨ ਧੁਆਂਖਿਆ ਜਾਂਦਾ, ਜੀਵਨ ਚਿੱਕੜ ਵਰਗਾ ਹੋ ਜਾਂਦਾ। ਚਿੱਕੜ, ਚਿੱਕੜ ਕੀ ਹੈਗਾ? ਦਲਿੱਦਰ ਦਾ ਰੂਪ ਹੈ ਚਿੱਕੜ। ਜੀਵਨ ਵਿੱਚ ਆਲਸ ਆ ਜਾਂਦਾ, ਤੇ ਕਹਿੰਦੇ ਆਲਸ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਅਲਾਮਤ ਹੈਗੀ, ਤੋਂ ਆਲਸ ਹੈ। ਸਭ ਤੋਂ ਵੱਡਾ ਆਸ਼ੀਰਵਾਦ ਕਿਸੇ ਨੂੰ ਦੇਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਹਿੰਦੀ ਹੈ, ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ। ਸੁੱਖਾਂ ਦੀ ਪ੍ਰਾਪਤੀ ਉਦਮ ਦੇ ਦੁਆਰਾ। ਤੇ ਉਹ ਕਹਿੰਦੇ ਸਭ ਤੋਂ ਵੱਡਾ ਸ਼ਰਾਪ ਕਿਹੜਾ? ਜੇ ਕਿਸੇ ਨੂੰ ਸ਼ਰਾਪ ਦੇਣਾ ਹੋਵੇ, ਜਾਂ ਤੈਨੂੰ ਆਲਸ ਪੈ ਜਾਏ। ਆਲਸ ਸਭ ਤੋਂ ਵੱਡਾ ਸ਼ਰਾਪ ਹੈ। ਤੇ ਆਲਸ ਕਦੋਂ ਪੈਂਦਾ ਹੈ? ਚਿੱਕੜ ਕਦੋਂ ਬਣ ਜਾਂਦਾ ਜੀਵਨ? ਜਦੋਂ ਜੀਵਨ ਵਿੱਚ ਜਿਹਦੇ ਨਾਲ ਸੰਗ ਹੋਵੇ, ਸੰਗ ਦਾ ਵਿਛੋੜਾ ਪੈ ਜਾਏ, ਮਿਲਾਪ ਵਿਛੋੜੇ ਵਿੱਚ ਤਬਦੀਲ ਹੋ ਜਾਏ, ਫਿਰ ਕੀ ਹੈਗਾ? ਜੀਵਨ ਇਸ ਤਰ੍ਹਾਂ ਵਾਪਰ ਜਾਂਦਾ। ਜਾਣਾ, ਪਾਣੀ ਨਾਲ ਹਾਂ, ਮੈਂ ਜਾਣਦਾ ਕਿ ਮੈਂ ਧੁਆਂਖਿਆ ਗਿਆ, ਪਰ ਕਹਿਣ ਲੱਗੇ ਵਾਪਰਿਆ ਕਿ ਜਿਹੜੇ ਪਾਣੀ ਦੀ ਹੰਸਲੀ ਮੈਨੂੰ ਆਉਂਦੀ ਸੀ, ਉਹ ਸੰਗ ਟੁੱਟ ਗਿਆ। ਸੰਗ ਟੁੱਟਣ ਨਾਲ ਮੇਰੀ ਆਹ ਹਾਲ ਹਲਾਕ ਹੋ ਗਈ। ਸਤਿਗੁਰੂ ਕਹਿੰਦੇ ਵਿਛੋੜਾ ਇਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ। ਇੱਕ ਹੋਰ ਉਦਾਹਰਨ ਲੈ ਲਈਏ ਗੁਰੂ ਗ੍ਰੰਥ ਸਾਹਿਬ ਚੋਂ ਵਿਛੋੜੇ ਦੀ, ਫਿਰ ਅੱਗੇ ਸ਼ਬਦ ਦੇ ਅਰਥ ਦੀ ਨਾਲ ਕਰਕੇ ਫਿਰ ਵਾਈਂਡ ਅਪ ਵੀ ਮੈਂ ਅੱਗੇ ਸ਼ਬਦ ਨੂੰ ਕਰ ਦੇਣਾ, ਸਮਾਪਤ ਕਰ ਦੇਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੇ ਜੀਵਨ ਚ ਇੱਕ ਉਦਾਹਰਨ ਹੈ। ਗੁਰੂ ਅਰਜਨ ਦੇਵ ਜੀ ਤੁਰੇ ਜਾ ਰਹੇ ਨੇ ਰਸਤੇ ਤੇ, ਸਤਿਗੁਰੂ ਪਾਤਸ਼ਾਹ ਜਾਂਦਿਆਂ ਜਾਂਦਿਆਂ ਨਾ, ਸਤਿਗੁਰਾਂ ਦੇ ਚਿਹਰੇ ਦੇ ਉੱਤੇ ਨਾ ਇੱਕ ਰੂੰ ਦੇ ਫੰਬੇ ਵਾਂਗੂ ਇੱਕ ਅੱਕ ਦਾ ਫਲੂਹਾ ਲੱਗਿਆ ਆ ਕੇ। ਸਤਿਗੁਰਾਂ ਨੇ ਫਲੂਹੇ ਨੂੰ ਫੜ ਲਿਆ। ਸਤਿਗੁਰਾਂ ਨੇ ਉਹਦੇ ਨਾਲ ਗੱਲਬਾਤ ਸ਼ੁਰੂ ਕੀਤੀ। ਸਤਿਗੁਰੂ ਕਹਿੰਦੇ ਨੇ, ਤੂੰ, ਮੈਂ ਤੈਨੂੰ ਦੇਖਿਆ, ਪਹਿਲਾਂ ਤੋਂ ਜਾਣਦਾ, ਤੇਰੇ ਨਾਲ ਮੇਰੀ ਜਾਣ ਪਛਾਣ ਪੁਰਾਣੀ ਹੈ। ਪਰ ਕਹਿਣ ਲੱਗੇ ਜਦੋਂ ਮੈਂ ਤੈਨੂੰ ਦੇਖਿਆ ਸੀ, ਜਦੋਂ ਤੈਨੂੰ ਤੱਕਿਆ ਸੀ, ਉਦੋਂ ਤੂੰ ਬੜਾ ਸੋਹਣਾ ਸੈਂ। ਅੱਜ ਤੈਨੂੰ ਤੱਕਦਾ ਹੈ ਤੇ ਤੂੰ ਇੱਕ ਅੱਕ ਦਾ ਫਲੂਹਾ ਜਿਹੜਾ ਖੰਭਾ ਬਣ ਗਿਆ, ਤੇ ਤੈਨੂੰ ਹਵਾ ਦਾ ਵੇਗ ਹੀ ਉਡਾ ਕੇ ਲਿਜਾ ਰਿਹਾ, ਪਰ ਇਸ ਤਰ੍ਹਾਂ ਦਾ ਤਾਂ ਤੂੰ ਨਹੀਂ ਸੀ। ਹੁਣ ਜਦੋਂ ਗੱਲਬਾਤ ਹੁੰਦੀ ਤੇ ਉਸ ਗੱਲਬਾਤ ਦੇ ਵਿੱਚ ਵਿਚਾਰ ਕੀ ਨਿਕਲ ਕੇ ਆਉਂਦੀ, ਸਤਿਗੁਰੂ ਬਾਣੀ ਵਿੱਚ ਦਰਜ ਕਰਦੇ। ਸਤਿਗੁਰੂ ਕਹਿੰਦੇ ਨੇ, ਜਦੋਂ ਤੈਨੂੰ ਮੈਂ ਦੇਖਿਆ ਸੀ, ਉਦੋਂ ਤੂੰ ਅੱਕ ਦੇ ਕੰਠ ਨਾਲ ਜੁੜਿਆ ਹੋਇਆ ਸੀ, ਪਰ ਜਦੋਂ ਹੀ ਤੂੰ ਟੁੱਟਿਆ, ਤੇਰੀਆਂ ਹਜ਼ਾਰਾਂ ਗੰਢਾਂ ਬਣ ਗਈਆਂ, ਖੱਖੜੀਆਂ ਸੁਹਾਵੀਆਂ
ਰਾਗ ਗੌੜੀ ਕੀ ਵਾਰ, ਦੱਖਣਿਆਂ ਕੀ ਵਾਰ ਹੈ ਨਾ, ਜਿਹੜੀ ਦੱਖਣੀ ਭਾਸ਼ਾ, ਜਿਹੜੀ ਮੁਲਤਾਨ ਤੋਂ ਦੱਖਣ ਵੱਲ ਨੂੰ ਦੱਖਣੇ, ਜਿਹੜੀ ਭਾਸ਼ਾ ਦੇ ਵਿੱਚ ਦੱਦੇ ਦੀ ਥਾਂ ਤੇ ਡੱਡਾ ਵਰਤਿਆ ਜਾਂਦਾ, ਅਲੱਗ-ਅਲੱਗ ਬੋਲੀਆਂ ਨੇ ਨਾ, ਤੇ ਉੱਥੋਂ ਦੀ ਜਿਹੜੀ ਭੂਗੋਲਿਕ ਬਣਤਰ ਦਾ ਕਰਕੇ ਜਿਹੜਾ ਹੈਗਾ ਲੈਂਗੁਇਸਟਿਕ ਜਿਹੜੀ ਪੂਰੀ ਦੀ ਪੂਰੀ ਬਣਤਰ ਬਣਦੀ, ਭਾਸ਼ਾਈ ਬਣਤਰ ਵੀ ਉੱਥੋਂ ਦੇ ਰਹਿਣ ਸਹਿਣ ਕਰਕੇ ਬਣਦੀ ਹੁੰਦੀ ਹੈ। ਜੇ ਉਹਦੇ ਥਾਂ ਤੇ ਬੰਦਾ ਰਹਿੰਦਾ ਹੁੰਦਾ ਉਹੋ ਜਿਹੀ ਉਹਦੀ ਭਾਸ਼ਾ ਦੀ ਬਣਤਰ ਬਣਦੀ ਹੁੰਦੀ ਹੈ। ਉਹਦੇ ਸਰੀਰ ਦਾ ਜਿਹੜਾ ਹੈਗਾ ਉਸੇ ਤਰ੍ਹਾਂ ਦੀ ਮਡੋਲੀ ਸਟਰਕਚਰ ਜਿਹੜਾ ਉਸੇ ਤਰ੍ਹਾਂ ਬਿਲਡ ਹੁੰਦਾ ਤੇ ਉਸੇ ਤਰ੍ਹਾਂ ਦੀ ਉਹਦੀ ਭਾਸ਼ਾ ਹੁੰਦੀ। ਬਹੁਤ ਸਾਰੇ ਅਲਫਾਜ਼ ਜਿਹੜੇ ਅਸੀਂ ਇੱਧਰ ਬੋਲਦੇ ਦੂਜੇ ਖਿੱਤਿਆਂ 'ਚ ਨਹੀਂ ਬੋਲੇ ਜਾਂਦੇ। ਅਰਬੀ ਭਾਸ਼ਾ 'ਚ ਸਾਡੇ 'ਚ ਬਹੁਤ ਫਰਕ ਹੈ, ਬਹੁਤ ਡਿਸਟੈਂਸ ਜਿਹੜੇ ਉਹ ਹਨ ਜਿਹੜੇ ਭਾਸ਼ਾਈ ਰੂਪ ਦੇ ਵਿੱਚ ਸ਼ਬਦਾਂ ਦੇ। ਉਸੇ ਤਰ੍ਹਾਂ ਇਹ ਜਿਹੜੀ ਲਹਿੰਦੇ ਪੰਜਾਬ ਦੀ ਬੋਲੀ ਦੇ ਵਿੱਚ ਦੱਖਣੇ ਦੱਦੇ ਦੀ ਥਾਂ ਤੇ ਡੱਡਾ, ਜੇ ਤੂੰ ਸੱਜਣ ਮੈਂੜਿਆ ਡੇਈ ਸਿਸ, ਹੁਣ ਅਸੀਂ ਸ਼ਬਦ ਵਰਤੇ ਦੇਈ, ਉਹ ਵਰਤੇ ਨੇ ਡੇਈ, ਡੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਦ ਪੱਸੀ ਦੀਦਾਰ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੇ, ਅਸੀਂ ਕਹਿੰਦੇ ਮੈਂਦਾ ਮੇਰਾ, ਮੈਂਦਾ ਉਹ ਸ਼ਬਦ ਵਰਤੇ ਮੈਂਡਾ, ਨਦੀ ਤਰੰਦੜੀ ਮੈਂਡਾ ਖੋਜ ਨਾ ਖੁੰਬੈ, ਮੰਝ ਮੁਹੱਬਤ ਤੇਰੀ ਤਾਂ ਸਹਿ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਵੇੜੀ। ਸ਼ਬਦ ਦੂਜੀ ਥਾਂ ਤੇ ਜਾ ਕੇ ਬਦਲ ਜਾਂਦੇ ਨੇ। ਚਲੋ ਸਤਿਗੁਰੂ ਪਾਤਸ਼ਾਹ ਨੇ ਕਿਉਂਕਿ ਗੁਰੂ ਸਾਹਿਬ ਦਾ ਭ੍ਰਮਣ ਉਸ ਪਾਸੇ ਰਿਹਾ ਤਾਂ ਦੱਖਣਿਆਂ ਦੇ ਵਿੱਚ ਬਹੁਤ ਸਾਰੀ ਬਾਣੀ ਦਰਜ ਹੈਗੀ। ਗਿੱਲੀ ਗਿੱਲੀ ਰੋੜੜੀ ਭੌਂਦੀ ਪਵਾਏ, ਮਾਰੂ ਕੀ ਵਾਰ ਦੇ ਵਿੱਚ ਸ਼ਬਦ ਨੇ। ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿੰਨੀ ਗੁਰੂ ਮਨਾਇਆ, ਇਹ ਦੱਖਣੇ ਦੇ ਸ਼ਬਦ ਨੇ ਸਾਰੇ। ਇੱਕ ਅਸੀਂ ਪੌੜੀ ਪੜਦੇ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ ਦਾ, ਇਹ ਦੱਖਣੇ ਦੇ ਵਿੱਚ ਆ ਸਾਰੇ ਖਰ। ਸਤਿਗੁਰੂ ਉਸ ਅੱਕ ਦੇ ਉਸ ਫਲੂਹੇ ਨੂੰ, ਉਸ ਖੰਭੇ ਨੂੰ ਫੜਦੇ ਨੇ ਤੇ ਉਹਦੇ ਨਾਲ ਗੱਲ ਕਰਦੇ, ਕਹਿਣ ਲੱਗੇ ਤੈਨੂੰ ਮੈਂ ਤੱਕਿਆ ਕੋਈ ਦਿਨ ਸੀ, ਤੂੰ ਤਾਂ ਬਹੁਤ ਸੋਹਣਾ ਸੈਂ, ਅੰਬ ਵਰਗੀ ਸ਼ਕਲ ਹੁੰਦੀ ਹੈ ਅੱਕ ਦੀ ਕੁਕੜੀ ਦੀ, ਕੱਚੀ ਅੰਬੀ ਵਰਗੀ, ਤੇ ਕਹਿਣ ਲੱਗੇ ਤੂੰ ਇਸ ਤਰ੍ਹਾਂ ਕਿਉਂ ਹੋ ਗਿਆ। ਤੇ ਫਿਰ ਉਹਦਾ ਜਵਾਬ ਆਉਂਦਾ, ਉਹ ਕਹਿੰਦਾ ਮੈਂ ਆਪਣੇ ਅੱਕ ਦੇ ਕੰਠ ਨਾਲੋਂ ਟੁੱਟ ਗਿਆ, ਟੁੱਟਣ ਕਰਕੇ ਹਜ਼ਾਰਾਂ ਗੰਢਾਂ ਵਿੱਚ ਤਬਦੀਲ ਹੋ ਗਿਆ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਕੰਠ ਦਾ ਅਰਥ ਗਲਾ ਹੁੰਦਾ, ਟੇਡਾ ਤਣਾ, ਅੱਕ ਦੇ ਤਣੇ ਨਾਲ ਲੱਗੀਆਂ, ਸੋਹਣੀਆਂ ਲੱਗਦੀਆਂ ਨੇ ਨਾ। ਤੇ ਆਹੀ ਅਗਲੇ ਸਾਉਣ ਭਾਦੋਂ ਦੇ ਜਦੋਂ ਦਿਨ ਆਉਂਦੇ ਨੇ, ਵੈਸੇ ਭਾਈ ਗੁਰਦਾਸ ਜੀ ਨੇ ਇੱਕ ਹੋਰ ਵੀ ਕਿਹਾ, ਕਹਿੰਦੇ ਅੱਕ ਦੀ ਜਦੋਂ ਉਦਾਹਰਨ ਦਿੱਤੀ ਨਾ ਭਾਈ ਗੁਰਦਾਸ ਜੀ ਨੇ, ਅੱਕ ਨੂੰ ਸਾਕਤ ਬੰਦੇ ਦੇ ਨਾਲ ਵੀ ਜੋੜਿਆ, ਕਹਿੰਦੇ ਸਾਕਤ ਅੱਕ ਵਰਗਾ ਹੁੰਦਾ। ਕਿਵੇਂ? ਉਹ ਕਹਿੰਦੇ ਅੱਕ ਹਾੜ ਜੇਠ ਵਿੱਚ ਤਾਂ ਪ੍ਰਫੁੱਲਤ ਹੁੰਦਾ ਤੇ ਜਦੋਂ ਬਰਸਾਤਾਂ ਪੈਣ ਲੱਗ ਜਾਣ, ਸੁਹਾਵਣਾ ਮੌਸਮ ਹੋਵੇ ਤੇ ਅੱਕ ਗਲ ਜਾਂਦਾ ਹੁੰਦਾ। ਕਹਿੰਦੇ ਸਾਕਤ ਮਨੁੱਖ ਵਿਕਾਰਾਂ ਦੇ ਵਿੱਚ ਤਾਂ ਪ੍ਰਫੁੱਲਤ ਹੁੰਦਾ ਤੇ ਜਿੱਥੇ ਬੰਦਗੀ ਦੀ ਗੱਲ ਚੱਲੇ ਉੱਥੇ ਉਹਦਾ ਅੰਦਰ ਸੜਨਾ ਸ਼ੁਰੂ ਹੋ ਜਾਂਦਾ। ਸਾਕਤ ਨਾਲ ਵੀ ਤਸਵੀਰ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਸਾਕਤ ਇਸ ਤਰ੍ਹਾਂ ਦਾ ਹੁੰਦਾ ਅੱਖ ਵਰਗਾ। ਪਰ ਇੱਥੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਜਿਹੜੀ ਉਦਾਹਰਨ ਦੇ ਨੇ, ਪੋਜ਼ਿਟਿਵ ਉਦਾਹਰਨ ਹੈਗੀ ਹੈ। ਉਹ ਕਹਿੰਦੇ ਮੈਂ ਅੱਕ ਦੇ ਕੰਠ ਨਾਲ ਲੱਗਿਆ ਹੋਇਆ ਤੁਹਾਨੂੰ ਦੇਖਿਆ ਸੀਗਾ, ਤੁਸੀਂ ਬਹੁਤ ਸੋਹਣੇ ਸੀ। ਉਹ ਕਹਿੰਦਾ ਸਤਿਗੁਰੂ ਸੀ ਸੋਹਣੇ, ਕੋਈ ਸ਼ੱਕ ਨਹੀਂ, ਪਰ ਕਹਿਣ ਲੱਗੇ ਅੱਕ ਦੇ ਕੰਠ ਨਾਲੋਂ ਟੁੱਟੇ, ਬਿਰਹਿ ਵਿਛੋੜਾ ਧਣੀ ਸੋ ਨਾਨਕ ਸਹਿਸੇ, ਸਹਿਸੇ ਕਹਿੰਦੇ ਨੇ ਹਜ਼ਾਰਾਂ ਨੂੰ। ਕਹਿੰਦੇ ਆਪਣੇ ਮਾਲਕ ਨਾਲੋਂ, ਧਣੀ ਦਾ ਅਰਥ ਹੈ ਮਾਲਕ, ਕਹਿੰਦੇ ਧਣੀ ਨਾਲੋਂ ਮਾਲਕ ਦੇ ਕਹਿੰਦੇ ਗਲ ਨਾਲੋਂ ਲਏ ਤੇ ਗਲ ਨਾਲੋਂ ਲੈਂਦੇ ਹਜ਼ਾਰਾਂ ਗੰਢਾਂ ਵਿੱਚ ਤਬਦੀਲ ਹੋ ਗਏ। ਮੈਂ ਇੱਕ ਬੇਨਤੀ ਕਰਾਂ, ਜਦੋਂ ਕਿਸੇ ਬਹੁਤ ਨਜ਼ਦੀਕੀ ਦਾ ਸੰਗ ਟੁੱਟਦਾ ਹੈ ਤੇ ਮਨੁੱਖ ਦੇ ਜੀਵਨ 'ਚ ਹਜ਼ਾਰਾਂ ਸੰਕਲਪ ਪੈਦਾ ਹੋ ਜਾਂਦੇ ਨੇ। ਜਿਵੇਂ ਅੱਕ ਦੀ ਕੁਕੜੀ ਟੁੱਟਣ ਨਾਲ ਹਜ਼ਾਰਾਂ ਗੰਢਾਂ ਬਣ ਜਾਂਦੀਆਂ। ਜੀਵਨ 'ਚ ਜਦੋਂ ਵਿਛੋੜੇ ਦਾ ਪ੍ਰਭਾਵ ਪੈਂਦਾ ਬੰਦੇ ਦੇ ਜੀਵਨ 'ਚ ਹਜ਼ਾਰਾਂ ਸੰਕਲਪ ਪੈਦਾ ਹੋ ਜਾਂਦੇ ਨੇ ਤੇ ਉਹ ਹਜ਼ਾਰਾਂ ਸੰਕਲਪ ਪੋਜ਼ਿਟਿਵ ਨਹੀਂ ਹੁੰਦੇ, ਟਿਕਦੇ ਨਹੀਂ ਉਹ ਸੰਕਲਪ। ਜਿਵੇਂ ਅੱਕ ਦੇ ਫਲੂਏ ਟਿਕਦੇ ਨਹੀਂ ਨਾ ਹੁੰਦੇ, ਲਗਾਤਾਰ ਜਿਹੜੇ ਵਾਂਡਰਿੰਗ ਕਰਦੇ ਰਹਿੰਦੇ ਨੇ, ਉੱਡਦੇ ਰਹਿੰਦੇ ਨੇ। ਉਹ ਸੰਕਲਪ ਵੀ ਖੜਨ ਵਾਲੇ ਸੰਕਲਪ ਨਹੀਂ ਹੁੰਦੇ। ਇੱਕ ਤਾਂ ਸੰਕਲਪ ਉਹ ਹੁੰਦਾ ਜਿਹੜਾ ਗੁਰੂ ਸਾਹਿਬ ਤੋਂ ਮਿਲਦਾ, ਨਿਸ਼ਚੈ ਕਰ ਆਪਣੀ ਜੀਤ ਕਰੋ। ਇੱਕ ਸੰਕਲਪ ਇਹ ਹੈ, ਇੱਕ ਸੰਕਲਪ ਉਹ ਹੈ ਪਤਾ ਨਹੀਂ ਕੱਲ ਨੂੰ ਕੀ ਹੋਏਗਾ, ਅੱਜ ਸੁੱਤੇ ਸੁਬਾਹ ਪਤਾ ਨਹੀਂ ਕੀ ਵਾਪਰਨਾ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ, ਆ ਜਿਹੜੀ ਪਿਛਲੇ ਸਮਿਆਂ ਦੀ, ਕੋਈ ਸਮਾਂ ਸੀਗਾ, ਕਿਸੇ ਘਰ ਵਿੱਚ ਜਾਣ ਦਾ ਵਕਤ ਮਿਲਿਆ ਤੇ ਉਹ ਫਿਊਨਰਲ ਸੈਰਮਨੀ ਸੀਗੀ ਘਰ 'ਚ। ਉਸ ਤੋਂ ਬਾਅਦ ਨਾ ਜਿਵੇਂ ਬੈਠ ਗਏ, ਗੱਲਬਾਤ ਪਰਿਵਾਰ ਦੇ ਨਾਲ, ਜਿਵੇਂ ਹਮਦਰਦੀ ਹੁੰਦੀ ਹੈ, ਆਪਾਂ ਬੈਠਦੇ ਹਾਂ ਗੱਲਬਾਤ ਕਰਦੇ ਹਾਂ। ਉਹ ਭੈਣ ਜੀ ਨਾਲ ਗੱਲਬਾਤ ਹੋਈ ਤੇ ਉਹ ਭੈਣ ਨੇ ਦੱਸਿਆ ਇੱਕ ਬੇਟੀ ਹੈ, 2 ਬੇਟੇ ਨੇ। ਪੰਜਾਬ ਪੁਲਿਸ ਦੇ ਵਿੱਚ ਸੀਗੇ ਸੱਜਣ, ਆਉਂਦੇ ਹੀ ਕਿਤੇ ਘਟਨਾ ਵਾਪਰੀ ਆ ਧੁੰਦਾਂ ਦੇ ਦਿਨ ਸੀਗੇ, ਪਿਛਲੇ ਸਾਲ ਦੀ ਗੱਲ ਹੈ।
ਤੇ ਕੋਈ ਇਸ ਤਰ੍ਹਾਂ ਦਾ ਹੋਇਆ, ਕੋਈ ਫੇਟ ਮਾਰ ਗਿਆ, ਕੋ ਰਾਹ 'ਚ ਡਿੱਗੇ, ਬਸ ਡਿੱਗਦੇ ਹੀ ਪਤਾ ਨਹੀਂ ਕੇਅਰ ਨਹੀਂ ਹੋ ਸਕੇਗੀ ਕੀ। ਬਾਕੀ ਉਹ ਜਿਵੇਂ ਕਰਤੇ ਦੀ ਮਰਜ਼ੀ, ਸਮਾਂ ਜਦੋਂ ਆ ਜਾਏ ਬੰਦੇ ਦਾ। ਤੋ ਸੰਸਕਾਰ ਵੀ ਕਰ ਦਿੱਤਾ। ਉਸ ਤੋਂ ਬਾਅਦ ਚਲੋ ਜੋ ਡਿਪਾਰਟਮੈਂਟ ਵੱਲੋਂ ਸੀਗਾ ਕੋਈ, ਉਹਨਾਂ ਨੇ ਵੀ ਬਹੁਤ ਉਪਰਾਲਾ ਕੀਤਾ, ਕਹਿੰਦੇ ਵੀ ਭਾਈ ਜਿੰਨਾ ਕੁ ਹੋ ਸਕੇ। ਬਾਅਦ ਵਿੱਚ ਚਲੋ ਪਰਿਵਾਰਕ ਨੇੜਤਾ ਸੀਗੀ, ਉਹ ਗੱਲਬਾਤ ਕਰਦੇ ਮੈਂ ਭੈਣ ਨੂੰ ਪੁੱਛਿਆ, ਮੈਂ ਕਿਹਾ ਭੈਣੇ ਕਿਵੇਂ ਮਹਿਸੂਸ ਕਰਦੇ ਹੋ ਹੁਣ ਤੋਂ ਕੁਝ, ਦੇਖੋ ਸਾਰੇ ਨਾਲ ਆ ਤੁਹਾਡੇ, ਕੋਈ ਗੱਲ ਨਹੀਂ ਅਸੀਂ। ਉਹ ਕਹਿੰਦੀ ਵੀਰਾ ਨਾਲ ਤਾਂ ਹੈਗੇ ਹੋ, ਪਰ ਕਹਿੰਦੀ ਨਾ ਵੀ ਮੈਂ ਕਦੇ ਘਰ ਤੋਂ ਬਾਹਰ ਜਾ ਕੇ ਕਦੇ 2 ਰੁਪਈਆਂ ਦੀ ਵੀ ਕੋਈ ਚੀਜ਼ ਬਾਏ ਨਹੀਂ ਸੀ ਕੀਤੀ, ਖਰੀਦੀ ਨਹੀਂ ਸੀ। ਮੈਨੂੰ ਤਾਂ ਹੁਣ ਇਹ ਲੱਗਦਾ ਮੈਂ ਘਰ ਗ੍ਰਸਤੀ ਚਲਾਵਾਂਗੀ ਕਿਵੇਂ, ਸੰਕਲਪ ਕਿਵੇਂ ਬੰਦੇ ਦੇ ਜਿਹੜਾ ਘੁੰਮਦੇ ਨੇ। ਤੇ ਉਹ ਲੜਕੀ ਹੈਗੀ, ਲੜਕੀ ਦੱਸਦੀ, ਕਹਿੰਦੀ ਅੰਕਲ ਕਹਿੰਦੀ ਗੱਲ ਇਹ ਹੈਗੀ ਵੀ ਮੈਂ ਨਾ ਚੰਡੀਗੜ੍ਹ ਇੰਟਰਵਿਊ ਤੇ ਗਈ ਸੀ ਪਿਛਲੇ ਮਹੀਨੇ, ਤੇ ਕਹਿੰਦੀ ਵੀ ਮੇਰੇ ਡੈਡੀ ਨਾਲ ਸੀਗੇ। ਕਹਿੰਦੀ ਬਸ ਕਹਿੰਦੀ ਨਾ ਮੈਂ ਤਿਆਰੀ ਨਹੀਂ ਕਰ ਸਕੀ ਇੰਟਰਵਿਊ ਦੀ, ਪਰ ਡੈਡੀ ਨੇ ਕਹਿੰਦੀ ਨਾ ਇੱਥੋਂ ਲੈ ਕੇ ਤੇ ਚੰਡੀਗੜ੍ਹ ਤੱਕ ਜਿੰਨਾ ਕੁ ਸਫ਼ਰ ਤੈਅ ਕੀਤਾ, ਇੰਨੇ ਚ ਕਹਿੰਦਾ ਮੈਨੂੰ ਇੰਨਾ ਮੋਟੀਵੇਟ ਕੀਤਾ। ਉਹ ਕਹਿੰਦੇ ਮੈਂ ਜਿਹੜਾ 80% ਨੰਬਰ ਦਾ ਪੇਪਰ ਕਰਿਆ ਜਾਂਦਾ। ਕਿਉਂ? ਉਹ ਕਹਿੰਦੇ ਵੀ ਬਾਪੂ ਨਾਲ ਹੈਗਾ ਤੇ ਕੋਈ ਡਰ ਨਹੀਂ। ਉਹ ਕਹਿੰਦੀ ਮੈਨੂੰ ਇਹ ਲੱਗਦਾ ਵੀ ਮੇਰਾ ਕੈਰੀਅਰ ਹੀ ਖਤਮ ਹੋ ਗਿਆ, ਹੁਣ ਇਸ ਤੋਂ ਬਾਅਦ ਕੌਣ ਹੈ ਜਿਹੜਾ ਮੈਨੂੰ ਕਵੇ ਵੀ ਮੈਂ ਤੇਰੇ ਨਾਲ ਆ। ਸੰਕਲਪ ਇਸ ਤਰ੍ਹਾਂ ਘੁੰਮਦੇ ਬੰਦੇ ਦੇ। ਨਾਨਕ ਸੈਸੇ ਗੰਢ, ਹਜ਼ਾਰਾਂ ਗੰਢਾਂ ਵਿੱਚ ਜੀਵਨ ਤਬਦੀਲ ਹੋ ਜਾਂਦਾ। ਸੰਕਲਪ, ਇਹਨੂੰ ਤੁਸੀਂ ਗੰਢਾਂ ਨਾ ਕਹੋ, ਇਹ ਸੰਕਲਪ ਨੇ ਮਨੁੱਖ ਦੇ। ਟੁੱਟਣ ਤੋਂ ਬਾਅਦ ਟੁੱਟੇ ਹੋਇਆਂ ਦੇ ਸੰਕਲਪ ਕੀ ਹੁੰਦੇ ਨੇ? ਟੁੱਟੇ ਹੋਇਆਂ ਦਾ ਸੰਕਲਪ ਇੱਕ ਨਹੀਂ ਰਹਿੰਦਾ। ਵਿਛੋੜੇ ਦੇ ਪ੍ਰਭਾਵ ਵਿੱਚ ਪਏ ਹੋਏ ਲੋਕਾਂ ਦੇ ਸੰਕਲਪ, ਹਜ਼ਾਰਾਂ ਸੰਕਲਪ ਉੱਠਦੇ ਨੇ ਤੇ ਹਜ਼ਾਰਾਂ ਸੰਕਲਪ ਜਿਹੜਾ ਹੈਗਾ ਉਹ ਦਬਦੇ ਨੇ। ਇੱਕ ਨਿਸ਼ਚਿਤ ਡੈਸਟੀਨੇਸ਼ਨ, ਏਮ, ਟੀਚਾ ਉਹ ਚੁਣ ਨਹੀਂ ਸਕਦਾ। ਇਹ ਵਿਛੋੜੇ ਦਾ ਪ੍ਰਭਾਵ ਹੈ। ਤੀਜੀ ਇੱਕ ਉਦਾਹਰਨ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਲਾਂ, ਵਿਛੋੜੇ ਦੇ ਪ੍ਰਥਾਏ। ਬਾਬਾ ਕਬੀਰ ਸਾਹਿਬ ਨੇ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਿਹੜੀ ਸ਼ਲੋਕ ਰਤਨਾਵਲੀ ਦਰਜ ਕੀਤੀ ਨਾ, ਬਾਬਾ ਕਬੀਰ ਸਾਹਿਬ ਤੇ ਬਾਬਾ ਫਰੀਦ ਸਾਹਿਬ ਮਹਾਰਾਜ, ਤਿੰਨਾਂ ਦੀ ਸ਼ਲੋਕ ਰਤਨਾਵਲੀ ਨੂੰ ਇੰਨੀ ਕੁ ਤਰਜੀਹ ਦਿੱਤੀ ਜਾਂਦੀ। ਇੱਕ ਤਾਂ ਸ਼ਲੋਕ ਦੀ ਇੱਕ ਬਣਤਰ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਸ਼ਲੋਕ ਜਿਹੜਾ ਹੈਗਾ ਸਾਡੀ ਭਾਸ਼ਾ ਨਾਲ, ਸਾਡੀ ਆਮ ਬੋਲਚਾਲ ਦੇ ਨਾਲ ਬੜਾ ਹੀ ਮੇਲ ਖਾਂਦਾ ਹੁੰਦਾ। ਨਹੀਂ ਤਾਂ ਕੁਝ ਬਾਣੀਆਂ ਇੰਨੀਆਂ ਜਿਹੜਾ ਹੈਗਾ ਬਾਣੀ ਦੀ ਬਣਤਰ ਜਾਂ ਕੁਝ ਕਾਵ ਰੂਪ ਦੀ ਬਣਤਰ ਇੰਨੀ ਹਾਰਡ ਹੁੰਦੀ ਹੈ ਕਿ ਉਸ ਕਾਵ ਰੂਪ ਨੂੰ ਜਿਹੜਾ ਹੈਗਾ ਅਸੀਂ ਸਮਝ ਹੀ ਨਹੀਂ ਪਾਉਂਦੇ ਕਿ ਉਹਦੀ ਬਣਤਰ ਜਿਹੜਾ ਹੈਗਾ ਉਹਦੇ ਚ ਰੂਪਕ, ਅਲੰਕਾਰ, ਉਹ ਸਾਰੀਆਂ ਚੀਜ਼ਾਂ ਇੰਨੀਆਂ ਗਹਿਰਾਈ ਨਾਲ ਵਰਤੀਆਂ ਗਈਆਂ ਹੁੰਦੀਆਂ। ਜਿਹੜਾ ਸ਼ਲੋਕ ਹੁੰਦਾ ਇਹਦੀ ਬਣਤਰ ਬੜੀ ਕਮਾਲ ਦੀ ਹੁੰਦੀ ਹੈ। ਜਦੋਂ ਅਸੀਂ ਇਲੈਕਟਿਵ ਦੇ ਵਿੱਚੋਂ ਪੜ੍ਹਦੇ ਹਾਂ ਨਾ ਇਹਨੂੰ, ਸ਼ਲੋਕ ਨੂੰ, ਤਾਂ ਇਹ 11-13 ਦੀ ਬਣਤਰ ਇਹਦੀ ਬਣਦੀ ਹੈਗੀ। 11 ਮਾਤਰਾ, 13 ਮਾਤਰਾ, ਤੇ ਕਿਤੇ ਕਿਤੇ 26 ਮਾਤਰਾ ਦੇ ਸ਼ਲੋਕ ਵੀ ਤੁਹਾਨੂੰ ਮਿਲਣਗੇ, ਪਰ 11 ਤੇ 13 ਦੀ ਮਾਤਰਾ ਹੁੰਦੀ ਇਹਦੀ। ਚਲੋ ਮਾਤਰਿਕ ਰੂਪ ਦੇ ਵਿੱਚ ਹੈ ਜਦੋਂ ਇਲੈਕਟਿਵ ਨੂੰ ਪੜ੍ਹਦੇ। ਜਦੋਂ ਆ ਜਿਹੜੇ ਬੱਚੇ ਤੁਹਾਡੇ ਚੋਂ ਲਿਟਰੇਚਰ ਵਗੈਰਾ ਕੋਈ ਬਾਹਰ ਸੁਣਨ ਵਾਲੇ ਵੀ ਬੈਠੇ ਹੋਣ, ਸ਼ਲੋਕ ਦੀ ਬਣਤਰ ਉਹਨੂੰ ਪਤਾ ਹੋਏਗੀ। ਬੜੀ ਸੌਖੀ ਬਣਤਰ ਹੁੰਦੀ ਸ਼ਲੋਕ ਦੀ। ਇਸ ਕਰਕੇ ਨਾ ਬਾਬਾ ਕਬੀਰ ਸਾਹਿਬ, ਫਰੀਦ ਸਾਹਿਬ ਦੇ ਸ਼ਲੋਕਾਂ ਨੂੰ ਜਦੋਂ ਅਸੀਂ ਪੜ੍ਹਦੇ ਜਾਂ ਸੁਣਦੇ ਤਾਂ ਸੌਖਿਆਂ ਸਮਝ ਆ ਜਾਂਦੇ। ਬਾਬਾ ਕਬੀਰ ਸਾਹਿਬ ਦੇ ਸ਼ਲੋਕਾਂ ਨੂੰ ਬੜੇ ਪਿਆਰ ਸਹਿਤ ਸੁਣਿਆ ਜਾਂਦਾ। ਸ਼ਲੋਕਾਂ ਦੇ ਵਿੱਚ ਇੱਕ ਵਿਛੋੜੇ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਨੇ ਵੀ ਕੀਤਾ। ਉਹ ਕਹਿੰਦੇ ਨੇ ਮੈਂ ਕਿਸੇ ਮੰਦਿਰ ਦੇ ਦੁਆਰ ਤੋਂ ਲੰਘ ਰਿਹਾ ਸੀ। ਉਥਾਨਕਾ ਹੈ ਸ਼ਲੋਕ ਦੀ। ਮੰਦਿਰ ਦੇ ਦੁਆਰ ਤੋਂ ਲੰਘ ਰਿਹਾ, ਸ਼ੰਖ ਦੀ ਧੁਨੀ ਆਵਾਜ਼ ਸੁਣਾਈ ਦਿੱਤੀ ਤੇ ਕਹਿੰਦੇ ਮੈਂ ਕਿਹਾ ਵੀ ਤੂੰ ਤਾਂ ਬੜਾ ਚੰਗਾ ਹੈਗਾ। ਸ਼ੰਖ ਨਾਲ ਉਹ ਕਹਿੰਦੇ ਗੱਲ ਕੀਤੀ ਮੈਂ ਆਪਣੀ ਆਤਮਿਕ ਅਵਸਥਾ ਦੇ ਵਿੱਚ। ਉਹ ਕਹਿੰਦੇ ਤੂੰ ਬੜਾ ਚੰਗਾ ਹੈਗਾ, ਨਿਤ ਮੰਦਿਰ ਦੇ ਵਿੱਚ ਅਧਿਆਤਮਿਕ ਚੁਗਿਰਦਾ ਹੈਗਾ ਤੇਰਾ, ਤੇ ਉਹਦੇ ਵਿੱਚ ਨਿਤ ਗੂੰਜਾਂ ਪਾਉਣਾ, ਤੇ ਅਧਿਆਤਮਿਕ ਲੋਕ ਹੀ ਚੁਗਿਰਦੇ 'ਚ ਬੈਠਦੇ ਨੇ। ਤੇ ਉਹ ਕਹਿੰਦੇ ਸ਼ੰਖ ਦਾ ਅੱਗੋਂ ਜਵਾਬ ਆਇਆ। ਉਹ ਕਹਿੰਦਾ ਤੁਹਾਨੂੰ ਜਿਹੜੀ ਆਵਾਜ਼ ਮਿੱਠੀ ਲੱਗਦੀ ਹੈ, ਅਸਲ ਦੇ ਵਿੱਚ ਇਹ ਆਵਾਜ਼ ਨਹੀਂ, ਮੇਰੀ ਕੂਕ ਹੈ। ਉਹ ਕਹਿੰਦੇ ਇਹ ਆਵਾਜ਼ ਨਹੀਂ, ਮੈਂ ਤਾਂ ਰੋਣਾ ਹਾਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਤੈਨੂੰ ਕਿਹੜੀ ਗੱਲ ਦਾ ਰੋਣਾ? ਉਹ ਕਹਿੰਦਾ ਮੈਂ ਬਹੁਤ ਚੰਗਾ ਸੀ ਜਦੋਂ ਸਮੁੰਦਰ ਦੇ ਉਰਦ ਦੇ ਵਿੱਚ, ਸਮੁੰਦਰ ਦੇ ਗਰਭ ਦੇ ਵਿੱਚ ਪਿਆ ਸੀਗਾ। ਕਬੀਰ ਰਹਿ ਨਾ ਆਇਰ ਵਿਛੋੜਿਆ, ਰਹੋ ਰੇ ਸ਼ੰਖ ਮਝੂਰ। ਦੇਵਲ ਦੇਵਲ ਤਾਹੜੀ, ਦੇਸੈਂ ਉਗਵਤ ਸੂਰਜ। ਸੂਰਜ ਦੇ ਉਗਣ ਦੇ ਵਕਤ ਹਰ ਰੋਜ਼ ਮੈਨੂੰ ਫੂਕਾਂ ਮਾਰ ਮਾਰ ਕੇ ਬੁਲਾਉਂਦੇ ਨੇ, ਮੈਂ ਕੂਕਦਾ ਹਾਂ। ਤੇ ਕਹਿੰਦੇ ਮੇਰੀ ਹਰ ਇੱਕ ਕੂਕ ਯਤਨ ਹੁੰਦਾ ਉਸ ਸਮੁੰਦਰ ਤੱਕ ਪਹੁੰਚ ਜਾਏ ਜਿਹੜੇ ਤੋਂ ਮੈਂ ਵਿਛੜਿਆ। ਬਿਰਹਾ। ਤੇ ਬਾਬਾ ਫਰੀਦ ਸਾਹਿਬ ਨੇ ਤਾਂ ਇੱਕ ਹੋਰ ਸ਼ਬਦ ਅੰਕਿਤ ਕੀਤਾ ਗੁਰੂ ਗ੍ਰੰਥ ਸਾਹਿਬ 'ਚ। ਉਹ ਕਹਿੰਦੇ ਜਿਹੜੇ ਮਨੁੱਖ ਤੇ ਦੁਨੀਆ ਦੀ ਤਾਕਤਵਰ ਤੋਂ ਤਾਕਤਵਰ ਸ਼ਖਸੀਅਤ ਹੋਵੇ,
ਉਹਦੇ ਤੇ ਇੱਕ ਚੀਜ਼ ਆਹਿਦ ਹੋ ਜਾਏ ਤੇ ਕਹਿਣ ਲੱਗੇ ਉਹ ਆਹਿਦ ਹੋ ਜਾਏ ਤੇ ਉਹਦੀ ਸਾਰੀ ਤਾਕਤ ਸਮਰੱਥਾ ਨਿਸ਼ਚਲ ਹੋ ਜਾਂਦੀ, ਡਿਸਟਰੋਏ ਹੋ ਜਾਂਦੀ, ਖਤਮ ਹੋ ਜਾਂਦੀ। ਬਿਰਹਾਂ ਬਿਰਹਾਂ ਆਖੀਐ, ਬਿਰਹਾਂ ਤੂੰ ਸੁਲਤਾਨ, ਦੁਨੀਆ ਦਾ ਬਾਦਸ਼ਾਹ ਕਹਿੰਦੇ ਬਿਰਹਾਂ। ਮੈਂ ਇੱਕ ਬੇਨਤੀ ਛੋਟੀ ਜਿਹੀ ਹੋਰ ਕਰਾਂ। ਦੁਨੀਆ ਦਾ ਪਹਿਲਾ ਕਾਵ, ਦੁਨੀਆ ਦੀ ਪਹਿਲੀ ਕਵਿਤਾ, ਆ ਕਿਤੇ ਯੋਗ ਵਿਸ਼ਿਸ਼ਟ ਵਗੈਰਾ ਤੁਸੀਂ ਤੁਹਾਡੇ ਕੋਈ ਵਾਬਸਤਗੀ ਪਵੇ ਤੇ ਪੜ੍ਹ ਕੇ ਦੇਖਿਓ। ਦੁਨੀਆ ਦੀ ਪਹਿਲੀ ਕਵਿਤਾ ਪਤਾ ਕਿੱਥੋਂ ਪੈਦਾ ਹੋਈ ਹੈ? ਪਹਿਲੀ ਕਵਿਤਾ ਕਦੇ ਕਦੇ ਨਾ ਸਾਡੇ ਬੜੇ ਵੱਡੇ ਸਕਾਲਰ ਹੋਏ ਨੇ, ਹੁਣ ਤਾਂ ਚਲੇ ਗਏ, ਪੱਧਰੀ ਵਾਲੇ ਉਹ ਮਹਾਂਪੁਰਸ਼ ਸੀਗੇ ਨਾ ਬ੍ਰਹਮਾਨੰਦ ਜੀ, ਆਪਨੇ ਕਿਸੇ ਨੇ ਸੁਣਿਆ ਹੋਵੇ ਉਹਨਾਂ ਨੂੰ, ਉਦਾਸੀ, ਬਾ ਕਮਾਲ ਦੀ ਸ਼ਖਸੀਅਤ ਸੀ। ਉਹਨਾਂ ਨੇ ਇੱਕ ਲੇਖ ਲਿਖਿਆ ਤੇ ਉਹਨਾਂ ਨੇ ਇਹਦੇ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਦੁਨੀਆ ਦੀ ਪਹਿਲੀ ਕਵਿਤਾ ਕਹਿੰਦੇ ਬਿਰਹਾਂ ਦੇ ਵਿੱਚੋਂ ਪੈਦਾ ਹੋਈ ਹੈ। ਬਿਰਹਾਂ ਚੋਂ ਮਹਰਸ਼ੀ ਵਾਲਮੀਕ ਵਿਪਾਸ਼ਾ ਦਰਿਆ ਦੇ ਕਿਨਾਰੇ ਤੇ, ਵਿਪਾਸ਼ਾ ਜਿਹਨੂੰ ਬਿਆਸ ਕਹਿ ਦਿੰਦੇ ਆ, ਬਿਆਸ ਦਰਿਆ ਦੇ ਕਿਨਾਰੇ ਤੇ ਖਲੋਤੇ ਸੀ। ਕਹਿੰਦੇ ਇੱਕ ਹੰਸ ਤੇ ਹੰਸਣੀ ਉਸ ਕਿਨਾਰੇ ਦੇ ਉੱਤੇ ਜਿਹੜਾ ਹੈਗਾ ਉਹ ਖਲੋਤੇ ਸੀਗੇ ਤੇ ਹੰਸਣੀ ਉਹਨੂੰ ਮਗਰਮੱਛ ਨੇ ਨਿਗਲ ਰਿਹਾ ਤੇ ਹੰਸ ਜਦੋਂ ਰੋਂਦਾ ਹੈ ਕਹਿੰਦੇ ਉਸ ਰੋਣੇ ਦੇ ਵਿੱਚੋਂ ਕਵੀ ਨੇ ਪਹਿਲੀ ਕਵਿਤਾ ਲਿਖੀ। ਕਾਵ ਰੂਪ ਉੱਥੋਂ ਪੈਦਾ ਹੋਇਆ, ਬਿਰਹਾਂ ਚ। ਬਿਰਹਾਂ ਬਿਰਹਾਂ ਆਖੀਐ, ਬਿਰਹਾਂ ਤੂੰ ਸੁਲਤਾਨ। ਫਿਰ ਵਿਛੋੜੇ ਦਾ ਇੱਕ ਉਦਾਹਰਨ ਹੋਰ ਗੁਰੂ ਗ੍ਰੰਥ ਸਾਹਿਬ ਚੋਂ ਲੈ ਲਈਏ, ਫਿਰ ਮੈਂ ਸ਼ਬਦ ਦੀ ਵਿਵੇਚਨਾ ਕਰਕੇ ਸਮਾਪਤੀ ਕਰ ਦੇਣੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਂਝ ਰਾਗ ਦੇ ਵਿੱਚ ਵਾਰ ਦਰਜ ਹੈ ਗੁਰੂ ਨਾਨਕ ਸਾਹਿਬ ਪਿਤਾ ਦੀ। ਸਤਿਗੁਰੂ ਪਾਤਸ਼ਾਹ ਨੇ ਨਾ ਇੱਕ ਉਦਾਹਰਨ ਦਿੱਤੀ, ਅੱਜ ਉਹ ਚੀਜ਼ ਸਾਡੇ ਘਰਾਂ ਦੇ ਵਿੱਚ ਨਹੀਂ ਹੈਗੀ। ਚੱਕੀਆਂ ਪੁਰਾਣੇ ਸਮੇਂ ਚ ਹੋਈਆਂ ਜਾਂਦੀਆਂ ਸੀਗੀਆਂ ਨਾ, ਤੇ ਪਤਾ ਕੀ ਹੁੰਦਾ ਸੀਗਾ ਵੀ ਦਾਣਿਆਂ ਨੂੰ ਜਦੋਂ ਦਲਦੇ ਸੀਗੇ ਨਾ ਚੱਕੀ ਦੇ ਨਾਲ, ਤੇ ਉਹਦੇ ਵਿਚਕਾਰ ਇੱਕ ਧੁਰਾ ਲੱਗਿਆ ਹੁੰਦਾ ਸੀਗਾ, ਕਿਉਂਕਿ ਉਹਦੇ ਚਗਿਰਦੇ ਚ ਉਹਨੇ ਘੁੰਮਣਾ ਹੁੰਦਾ ਸੀ ਨਾ। ਸਤਿਗੁਰਾਂ ਨੇ ਉਹਦੇ ਤੇ ਇੱਕ ਉਦਾਹਰਨ ਦਿੱਤੀ, ਕਹਿੰਦੇ ਵਿਛੋੜਾ ਤੇ ਮਿਲਾਪ ਦੋਵਾਂ ਦਾ, ਉਹਨਾਂ ਨੇ ਦੋਵਾਂ ਦਾ ਹੀ ਭਾਵ ਦੱਸਿਆ। ਸਤਿਗੁਰੂ ਕਹਿੰਦੇ ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰ ਵਾੜ, ਸਣਕੀ ਸਾਰਾਂ ਚਿੱਥਿਆ, ਕਣ ਲਿਆ ਤਨ ਝਾੜ। ਜਾਂ ਪੱਕਾ ਤਾਂ ਕੱਟਿਆ, ਬਿਲਕੁਲ ਠੇਠ ਪੰਜਾਬੀ ਦੇ ਬੋਲ ਨੇ, ਜਾਂ ਪੱਕਾ ਤਾਂ ਕੱਟਿਆ, ਪੱਕ ਗਿਆ ਤੇ ਕੱਟ ਲਿਆ। ਰਹੀ ਸੋ ਪੱਲਰ ਵਾੜ, ਪੱਲਰ ਵਾੜ, ਪੱਲਰ ਸ਼ਬਦ ਸਮਝਦੇ ਹੋ? ਪੱਲਰ ਪੰਜਾਬੀ ਦਾ ਸ਼ਬਦ ਹੈ, ਚਲੋ ਮਲਵਈ ਭਾਸ਼ਾ ਚ ਕਹਿੰਦੇ ਫਲਾ, ਪੈੜ ਅਤੇ ਫਲਾ ਬਜ਼ੁਰਗ ਜਾਣਦੇ ਹੋਣਗੇ। ਫਲਾ ਕਿਹੜੀ ਚੀਜ਼ ਦਾ ਬਣਦਾ ਸੀਗਾ? ਝਾਫਿਆਂ ਦਾ। ਹੁਣ ਤਾਂ ਸ਼ਾਇਦ ਪਿੜ ਜਾਂ ਫਲੇ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੋਣਾ। ਇਸੇ ਕਰਕੇ ਨਾ ਬਾਣੀ ਦੀ ਸਮਝ ਬੜੀ ਔਖੀ ਆਉਂਦੀ ਹੈ, ਕਿਉਂਕਿ ਜਦੋਂ ਅਸੀਂ ਉਹ ਚੀਜ਼ਾਂ ਨੂੰ ਨਹੀਂ ਦੇਖਿਆ ਤਾਂ ਫਿਰ ਸਮਝ ਵੀ ਨਹੀਂ ਪੈਂਦੀ। ਕਣਕ ਪੱਕ ਗਈ ਤੇ ਕੱਟ ਲਈ ਤੇ ਪਿੜ ਤੇ ਸਿੱਟ ਦਿੱਤੀ ਤੇ ਫਿਰ ਗਾਹ ਪਾਉਣ ਲੱਗ ਪਏ। ਗਾਹ ਪਾਉਣਾ, ਆਸਾ ਕੀ ਵਾਰ ਪੜ੍ਹਦੇ ਹੋ? ਆਸਾ ਕੀ ਵਾਰ ਅੰਮ੍ਰਿਤ ਵੇਲੇ ਸੁਣਦੇ ਹੋ? ਆਸਾ ਕੀ ਵਾਰ। ਲਾਟੂ ਮਧਾਣੀਆਂ ਅੰਨ ਗਾਹ, ਪੰਖੀ ਭੌਂਦੀਆਂ ਲੈਣ ਨਸਾ, ਆਉਂਦਾ ਨਾ ਸਕਦਾ। ਲਾਟੂ ਮਧਾਣੀਆਂ ਅੰਨ ਗਾਹ, ਕੋਲੂ ਚਰਖਾ ਚੱਕੀ ਚੱਕ ਥਲਵਾ ਰੋਲੇ ਬਹੁਤ ਅਨੰਤ। ਲਾਟੂ ਮਧਾਣੀਆਂ ਅੰਨ ਗਾਹ, ਪੰਖੀ ਭੌਂਦੀਆਂ ਲੈਣ ਨਾ ਸਾ। ਸੂਏ ਚਾੜ ਪੁਆਈਐ ਜੰਤ, ਨਾਨਕ ਭੌਂਦਿਆਂ ਗਣਤ ਨਾ ਅੰਤ। ਬੰਧਨ ਬੰਦ ਪਵਾਏ ਸੋਏ, ਆਉਂਦਾ ਨਾ ਸ਼ਬਦ ਆਸਾ ਕੀ ਵਾਰ ਦੇ ਸ਼ਬਦ। ਅੰਨ ਗਾਹ ਸਾਡੀ ਭਾਸ਼ਾ ਚ ਕਹਿੰਦੇ ਪਿੜ, ਪਿੜ ਦੇ ਉੱਤੇ ਫਸਲ ਨੂੰ ਸਿੱਟਿਆ ਤੇ ਉਹਨੂੰ ਗਾਉਣਾ ਸ਼ੁਰੂ ਕੀਤਾ। ਘੇਰੇ ਦੇ ਨਾਲ ਬਲਦ ਚੱਲਦੇ, ਬਲਦ ਜਾਂ ਬੋਤੀਆਂ ਦੇ ਨਾਲ ਵੀ ਹੁੰਦਾ, ਉਹਦੇ ਪਿੱਛੇ ਇੱਕ ਫੜਾ ਵੱਜਿਆ ਹੁੰਦਾ, ਉਹ ਲਗਾਤਾਰ ਚੱਲਦੇ। ਤੇ ਫਿਰ ਕਹਿੰਦੇ ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰ ਵਾੜ, ਸਣਕੀ ਸਾਰਾਂ ਚਿੱਥਿਆ ਗਾਇਆ ਚਿੱਥਣਾ। ਕਣ ਲਿਆ ਤਨ ਝਾੜ, ਹਵਾ ਚੱਲੀ, ਕਣ ਵੱਖਰੇ ਕਰ ਲਏ, ਤੂੜੀ ਵੱਖਰੀ ਕਰ ਲਈ। ਫਿਰ ਕਹਿੰਦੇ ਘਰ ਚ ਲੈ ਆਂਦਾ ਉਸ ਅਨਾਜ ਨੂੰ, ਦੋਏ ਪੁੜ ਚੱਕੀ ਜੋੜ ਕੇ, ਚੱਕੀ ਦੇ ਦੋ ਪੁੜਿਆਂ ਨੂੰ ਜੋੜਿਆ ਗਿਆ। ਚੱਕੀ ਦੇ ਪੁੜੇ ਹੁੰਦੇ ਨੇ ਦੋ, ਉਹ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ। ਤੁਹਾਡੇ ਚ ਕਿਸੇ ਨੇ ਭੈਣਾਂ ਨੇ ਚੱਕੀ ਦੀ ਵਰਤੋਂ ਕੀਤੀ ਹੋਵੇ ਕਿਤੇ, ਤੇ ਫਿਰ ਕਹਿੰਦੇ ਪੀਸਣ ਆਏ ਬਹਿਠ, ਕਹਿੰਦੇ ਮੈਂ ਪੀਸਦੇ ਹੋਏ ਲੋਕਾਂ ਨੂੰ ਦੇਖਿਆ। ਜੋ ਦਰ ਰਹੇ ਸੋ ਉਬਰੇ, ਜੋ ਦਰ ਰਹੇ ਸੋ ਉਬਰੇ। ਉਬਰੇ ਦਾ ਮਤਲਬ ਕੀ? ਬਚ ਗਏ। ਜਿਹੜੇ ਧੁਰੇ ਦੇ ਨਾਲ ਜੁੜੇ ਰਹਿ ਗਏ ਉਹ ਬਚ ਗਏ। ਜਿਨ੍ਹਾਂ ਨੇ ਧੁਰਾ ਛੱਡਤਾ, ਪਹਿਲਾਂ ਆਪਣੇ ਮਿੱਟੀ ਨਾਲੋਂ ਵਿਛੋੜਾ ਪਿਆ, ਫਿਰ ਅੰਨਗਾਹ ਤੋਂ ਵਿਛੋੜਾ, ਆਪਣੇ
ਜਿਹੜਾ ਹੈਗਾ ਮੂਲ ਸੀ ਉਹਦੇ ਨਾਲ ਵਿਛੜੇ ਤੇ ਮੂਲ ਨਾਲ ਵਿਛੜ ਕੇ ਚੱਕੀ ਤੇ ਆ ਗਏ ਤੇ ਕਹਿੰਦੇ ਜਦੋਂ ਧੁਰੇ ਦੇ ਨਾਲ ਜੁੜੇ ਰਹਿ ਗਏ ਉਹ ਬਚ ਗਏ, ਜਿਹੜੇ ਧੁਰੇ ਤੋਂ ਛੱਡ ਕੇ ਪਾਸੇ ਹੋ ਗਏ ਉਹ ਦਲੇ ਗਏ। ਮੈਂ ਇੱਕ ਬੇਨਤੀ ਕਰਾਂ, ਜਦੋਂ ਵਿਛੋੜੇ ਦੀ ਮਾਰ ਪੈਂਦੀ, ਸਾਡੇ ਤੋਂ ਕੋਈ ਵਿਛੜਦਾ, ਉਸ ਵਕਤ ਬਚਣ ਦਾ ਇੱਕ ਹੀ ਤਰੀਕਾ, ਜੋ ਦਰ ਰਹੇ। ਚੇਤੇ ਨੇ ਸ਼ਬਦ ਬੋਲ ਲਓ, ਰਸਨਾ ਪਵਿੱਤਰ ਹੋ ਜਾਂਦੀ ਹੈ। ਬਾਣੀ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਜੋ ਦਰ ਰਹੇ ਸੋ ਉਬਰੇ ਨਾਨਕ ਅਜ ਬਡਿੱਠ। ਜਦੋਂ ਵਿਛੋੜੇ ਆਹਦ ਹੁੰਦਾ ਤੇ ਕਹਿੰਦੇ ਵਿਛੋੜੇ ਦੇ ਵਿੱਚ ਜਦੋਂ ਤੁਸੀਂ ਜੀਵਨ ਦੇ ਸੰਕਲਪਾਂ ਦੇ ਦੋ ਪੁੜਿਆਂ ਦੇ ਵਿੱਚ ਪਿਸ ਰਹੇ ਹੋ, ਉਸ ਵਕਤ ਇੱਕ ਹੀ ਤਰੀਕਾ ਬਚਣ ਦਾ, ਜੋ ਦਰ ਰਹੇ ਸੋ ਉਬਰੇ। ਦਰ ਕਿਹੜਾ? ਸੋ ਦਰ ਕੈਸੇ ਛੋਡੀਏ ਜੋ ਦਰ ਐਸਾ ਹੋਏ। ਉਹ ਦਰ ਜਿਹਦੇ ਦਰ ਵਰਗਾ ਕੋਈ ਹੋਰ ਦਰ ਨਹੀਂ ਹੈਗਾ। ਇਸ ਦਰ ਨਾਲ ਜੁੜ ਗਏ ਤੇ ਫਿਰ ਬਚ ਜਾਵਾਂਗੇ, ਨਹੀਂ ਤਾਂ ਸੰਕਲਪ ਸਾਨੂੰ ਦਲ ਦੇਣਗੇ ਤੇ ਦਲਿਆ ਹੋਇਆ ਜੀਵਨ। ਗੁਰੂ ਸਾਹਿਬ ਪਤਾ ਕੀ ਕਹਿੰਦੇ? ਦਲਿਆ ਹੋਇਆ ਜੀਵਨ ਕੀ ਹੁੰਦਾ ਭਲਾ? ਦਲਿਆ ਜੀਵਨ ਦਲਿਆ ਜਾਵੇ, ਦਲੇ ਜੀਵਨ ਚ ਉਗਣ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ। ਦਲੇ ਹੋਏ ਚ ਜੇ ਜੀਵਨ ਦਲਿਆ ਜਾਵੇ ਨਾ, ਉਹਦੇ ਚ ਉਗਣ ਦੀ ਸੰਭਾਵਨਾ, ਉਹਦੇ ਚ ਫਰਟਾਇਲਿਟੀ ਮੁੱਕ ਜਾਂਦੀ ਹੈ, ਉਹਦੇ ਚ ਕੁਝ ਚੰਗਾ ਉਤਪੰਨ ਨਹੀਂ ਹੋ ਸਕਦਾ। ਇਸ ਕਰਕੇ ਜਦੋਂ ਜੀਵਨ ਦਲਿਆ ਜਾਵੇ ਦੁੱਖਾਂ ਦੇ ਵਿੱਚ, ਫਿਰ ਇੱਕ ਹੀ ਵਿਛੋੜੇ ਵਿੱਚ ਦਲੇ ਹੋਏ ਜੀਵਨ ਦਾ ਇੱਕ ਹੀ ਸਹਾਰਾ ਹੈ, ਉਹ ਕੀ ਹੈ? ਜੋ ਦਰ ਰਹੇ ਸੋ ਉਬਰੇ। ਸਤਿਗੁਰੂ ਕਹਿੰਦੇ ਨੇ ਵਿਛੋੜਾ ਹਰ ਇੱਕ ਤੇ ਆਹਿਦ ਹੋਣਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਪੁੱਛੋ ਜਾਏ ਸਿਆਣਿਆ ਅੱਗੇ ਮਿਲ ਕਿੰਨਾ ਦਾ ਮਿਲਾਪ ਹੋਏਗਾ ਅੱਗੇ। ਆਪਾਂ ਹੁਣੇ ਵਿਚਾਰ ਕਰ ਲਈ ਨਾ, ਜੋ ਦਰ ਰਹੇ ਸੋ ਉਬਰੇ। ਗੁਰੂ ਦੇ ਦਰ ਨਾਲ ਜੁੜ ਜਾਈਏ ਤੇ ਫਿਰ ਕਹਿੰਦੇ ਪੀੜ ਕਿੰਨਾਂ ਨੂੰ ਤੰਗ ਕਰੇਗੀ। ਸਤਿਗੁਰੂ ਦੇਖੋ ਇੱਕ ਇੱਕ ਸ਼ਬਦ ਦੇ ਉੱਤੇ ਕਿੰਨਾ ਗੌਰ ਕਰਦੇ ਨੇ। ਪੀੜ ਕਿੰਨਾਂ ਨੂੰ ਤੰਗ ਕਰੇਗੀ? ਸੁਖੀ ਕੌਣ ਰਹਿਣਗੇ? ਉਹਨਾਂ ਦਾ ਜ਼ਿਕਰ ਕਰ ਦਿੱਤਾ ਨਾ, ਜਿਹੜੇ ਜੁੜ ਜਾਣਗੇ। ਤੇ ਪੀੜ ਕਿੰਨਾਂ ਨੂੰ ਸਤਾਏਗੀ? ਜਿਨ ਮੇਰਾ ਸਾਹਿਬ ਵਿਸਰੈ। ਬਿਲਕੁਲ ਸੌਖੇ ਸ਼ਬਦ ਨੇ, ਜਿਨ ਮੇਰਾ ਸਾਹਿਬ ਵਿਸਰੈ। ਵਿਸਰੇ ਸ਼ਬਦ ਤਾਂ ਸਮਝਦੇ ਹੋ, ਵਿਸਰ ਗਿਆ। ਇੱਕ ਤਾਂ ਦੁੱਖ ਆ ਗਿਆ ਤੇ ਇੱਕ ਪ੍ਰਮਾਤਮਾ ਭੁੱਲ ਗਿਆ। ਫਿਰ ਕਹਿੰਦੇ ਫਿਰ ਛੋਟੀ ਪੀੜ ਵੀ ਹਜ਼ਾਰਾਂ ਪੀੜਾਂ ਨੂੰ ਜਨਮ ਦੇਗੀ, ਔਰ ਪੀੜਾਂ ਚੋਂ ਪੀੜਾਂ ਨਿਕਲਦੀਆਂ ਜਾਣਗੀਆਂ। ਤੇ ਫਿਰ ਪੀੜਾਂ ਨੂੰ ਸਹਿੰਦਿਆਂ ਸਹਿੰਦਿਆਂ ਮਨੁੱਖ ਜੀਵਨ ਪੀੜਾਂ ਵਿੱਚ ਹੰਢਾ ਕੇ ਆਪਣੇ ਜੀਵਨ ਦੇ ਮੁੱਖ ਟੀਚੇ ਉਪਲਕਸ਼ ਤੋਂ ਭਟਕ ਜਾਏਗਾ। ਜਿਹੜਾ ਜੀਵਨ ਜਿਉਣ ਵਾਸਤੇ ਮਿਲਿਆ, ਇਹ ਫਿਰ ਜਿਉਇਆ ਨਹੀਂ ਜਾਏਗਾ, ਇਹ ਜੀਵਨ ਬੰਦਾ ਹੰਢਾ ਕੇ ਲੰਘ ਜਾਏਗਾ। ਜੀਵਨ 'ਚ ਫਰਕ ਹੈ ਨਾ, ਜਿਉਣ ਤੇ ਹੰਢਾਉਣ 'ਚ ਫਰਕ ਹੈ ਨਾ। ਇੱਕ ਮੰਨਣਾ ਹੁੰਦਾ ਤੇ ਇੱਕ ਹੰਢਾਉਣਾ ਹੁੰਦਾ। ਪੀੜਾਂ ਜੀਵਨ ਨੂੰ ਕੇਵਲ ਹੰਢਾਉਣ ਦਾ ਤਰੀਕਾ ਹੀ ਦੱਸਦੀਆਂ ਨੇ, ਪਰ ਜਦੋਂ ਪੀੜਾਂ ਤੋਂ ਮੁਕਤ ਹੋ ਕੇ ਉਸ ਪ੍ਰਭੂ ਦੀ ਯਾਦ ਵਿੱਚ ਬੰਦਾ ਜੁੜ ਜਾਂਦਾ ਤਾਂ ਸਾਹਿਬ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀਆਂ ਪੀੜਾਂ ਜਿਹੜੀਆਂ ਨੇ ਉਹ ਕਿਹੜੀ ਚੀਜ਼ 'ਚ ਤਬਦੀਲ ਹੋ ਜਾਂਦੀਆਂ ਨੇ? ਕੱਪੜਿਆਂ ਵਿੱਚ। ਦੁੱਖ ਸੁੱਖ ਦੋਏਦਰ, ਇਹ ਤਾਂ ਸ਼ਬਦ ਚੇਤੇ ਨਾ। ਜਿਹੜਾ ਤਾਂ ਪੀੜ ਵਿੱਚ ਡੁੱਬ ਗਿਆ, ਉਹਦਾ ਤਾਂ ਜੀਵਨ ਪੀੜ ਦੇ ਵਿੱਚ ਹੰਢ ਗਿਆ। ਤੇ ਫਿਰ ਕਹਿੰਦੇ ਨੇ ਹੰਢਿਆ ਹੋਇਆ ਜੀਵਨ, ਪੀੜਾਂ ਵਿੱਚ ਹੰਢਿਆ ਜੀਵਨ, ਉਹ ਕਹਿੰਦੇ ਕਿਹੋ ਜਿਹਾ ਹੋਏਗਾ? ਉਹਦਾ ਕੋਈ ਮੁੱਲ ਨਹੀਂ, ਉਹ ਤਾਂ ਬਸ ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦਿਓ ਕਾਲ। ਨਾਨਕ ਮਨਮੁਖ ਅੰਧ ਗੁਬਾਰ, ਬਾਜ ਗੁਰੂ ਡੁੱਬਾ। ਬਿਨਾਂ ਗੁਰੂ ਤੋਂ ਹਾਲ ਹਾਲਾਤੇ ਹੋ ਜਾਣਗੇ। ਪਰ ਦੂਜੇ ਪਾਸੇ ਕਹਿੰਦੇ ਨੇ ਜੇਕਰ ਕਿਤੇ ਤੂੰ ਗੁਰੂ ਦੇ ਲੜ ਲੱਗ ਗਿਆ ਤੇ ਫਿਰ ਦੁੱਖ ਨਹੀਂ ਰਹੇਗਾ। ਦੁੱਖ ਕੀ ਹੋ ਜਾਏਗਾ? ਤਨ ਦਾ ਕੱਪੜਾ। ਤੇ ਫਿਰ ਕੱਪੜਾ ਕੀ ਹੁੰਦਾ ਹੈ? ਕੱਪੜਾ ਸਦਾ ਇੱਕ ਥੋੜੀ ਪਾਈ ਰੱਖਦੇ ਆ, ਕੱਪੜਾ ਤਾਂ ਬਦਲਦਾ ਰਹਿੰਦਾ ਹੈ। ਫਿਰ ਪਹਿਰੇ ਜਾਏ ਮਨੁੱਖ। ਫਿਰ ਕੱਪੜੇ ਦੀ ਹਾਲਤ ਕੀ ਹੈ? ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਪੁੱਛੋ, ਜੈਸੇ ਬਸਤਰ ਦੇ ਉਡਾਨੇ ਦਿਨ ਦੋਏ ਚਾਰ ਪੁਰਾਹਾ। ਕੱਪੜਾ 2-4 ਦਿਨਾਂ ਚ ਛੱਟ ਜਾਏਗਾ ਤੇ ਉਤਰ ਜਾਏਗਾ। ਕਦੋਂ? ਗੁਰੂ ਦੇ ਲੜ ਲੱਗ ਗਏ ਤਾਂ। ਦਿਨ ਦੋਏ ਚਾਰ ਪੁਰਾਹਾ। ਦੁੱਖ ਦੀ ਵਾਟ ਫਿਰ ਕਿੰਨੀ ਕੁ ਰਹਿ ਜਾਏਗੀ? ਕੰਧ ਦੇ ਉੱਤੇ ਭੱਜਣ ਦੇ ਵਾਂਗ ਕਹਿੰਦੇ ਅੰਤ ਨੂੰ ਓੜਕ ਵੀ ਆ ਜਾਣਾ, ਉਹਦਾ ਵੀ ਅੰਤ ਓੜਕ ਆਹਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਊਣ ਤਾਈਆਂ ਦੇ ਲਿਖਿਮਾਂ ਦੇ ਜਾਚਕਾ, ਭੁੱਲਾਂ ਸਾਰੀਆਂ ਹੀ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹਿਰਦੇ ਚ ਵਸਾ ਲੈਣੀਆਂ। ਜੋੜੇ ਝਾੜਦੇ ਤੋਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਸਾਰੀਆਂ ਭੁੱਲਾਂ
ਜਿਹੜੀਆਂ ਨੇ ਉਹ ਸਾਡੀਆਂ ਨੇ, ਸਾਡੀ ਝੋਲੀ ਵਿੱਚ ਪਾਉਂਦੇ ਆ। ਗੁਰ ਚਰਨਾਂ ਦੇ ਵਿੱਚ ਜੋਦਰੀ ਕਰਨੀ, ਵਿਛੜੀ ਆਤਮਾ ਨੂੰ ਸਤਿਗੁਰੂ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ਣ। ਭਾਈ ਸਾਹਿਬ ਭਾਈ ਮੱਖਣ ਸਿੰਘ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਇਕੱਤਰਤ ਹੋਏ ਆ। ਅਰਦਾਸ ਇਹ ਕਰਨੀ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸੁਨੇ। ਅਰਦਾਸ ਇਹ ਕਰਨੀ ਕਹਿਤ ਕਬੀਰ, ਸੁਨੋ ਰੇ ਸੰਤੋ खेत ही करो बेड़ा, अब की बार बख्श बंदे को बौर ना तो जल फेरा। क्योंकि गुरु कर्ण करावनहार है, समर्थ है, समर्थ गुरु सिर हथ धरिओ। गुरु का हथ सिर ते होवे ते फिर किते तुसीं उस पंडित नित्यानंद वाली साखी सुनी होवे, जदों गुरु सिर ते हथ रख देवे, जिहड़ी लखां कोहां दी वाट है, जे मार्ग लूटी पनहारी, जे पैंडे लूटी पनहारी, ते मार्ग संतन दुरारी। गुरु उन्हां रस्तियां ते सानू नहीं भटकण दिंदा जिन्हां रस्तियां ते दुनिया दे लोक लुटे जा रहे हैं। सो गुरु दे चरनां दा ओट आसरा लेना ही मर्यादत। जदों भी जीवन विच खुशी आवे ते गुरु दे चरनां दा ओट आसरा लैके उस नूं मानण ते उस खुशी दे विच इन्ना जिहड़ा हैगा जोदरी करिए कि सतगुरु ਅਸੀਂ ਤੈਨੂੰ ਨਾ ਭੁੱਲੀਏ। ਤੇ ਜਦੋਂ ਜੀਵਨ ਵਿੱਚ ਦੁੱਖ ਆਵੇ ਉਦੋਂ ਗੁਰਚਰਨਾਂ ਵਿੱਚ ਜੋਦਰੀ ਕਰਨ ਦੇ ਕਾਬਿਲ ਹੋ ਜਾਈਏ। ਸਤਿਗੁਰੂ ਇਸ ਦੁੱਖ ਨੂੰ ਸਹਿ ਜਾਣ ਦੀ ਸਮਰੱਥਾ ਤੂੰ ਬਖਸ਼ੀ ਤੇ ਇਸ ਦੁੱਖ ਦੇ ਵਿੱਚ ਤੈਨੂੰ ਨਾ ਭੁੱਲੀਏ। ਸੋ ਪਰਿਵਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਬੈਠ ਕੇ ਜਿੰਨੇ ਵੀ ਸੰਗਤਾਂ ਨੇ ਦੁੱਖ ਸੁੱਖ ਦੀ ਸਾਂਝ ਪਾਈ ਪਾਵਨੀ, ਸਤਿਗੁਰੂ ਆਪ ਸਾਰਿਆਂ ਦੀ ਹਾਜ਼ਰੀ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਵਣ। ਭਾਈ ਸਾਹਿਬ ਹੋਣਾ ਦਾ, ਗਿਆਨੀ ਜੀ ਹੋਣਾ ਦਾ, ਆਪ ਜੀ ਦੀ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਅਤੇ ਸਭ ਤੋਂ ਵੱਧ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ, ਜਿਨ੍ਹਾਂ ਦੀ ਗੋਦੀ ਦੇ ਵਿੱਚ ਬਹਿ ਕੇ ਆਪਾਂ ਇੰਨਾ ਕੁ ਸਮਾਂ ਬਸ਼ਰ ਕੀਤਾ। ਫਤਿਹ ਦੀ ਸਾਂਝ ਪਾਉਂਦਿਆਂ ਦਿਓ ਅਸੀਸ। ਆਨੰਦ ਸਾਹਿਬ ਦੀ ਬਾਣੀ ਨਾਲ ਸਾਰੇ ਹੀ ਜੁੜੀਏ। ਇੱਕੋ ਵਾਰ ਕਹਿਣ ਤੇ ਹੀ ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।